नमस्कार, आदाब, सत श्री अकाल। इस खास प्रोग्राम में एक बार फिर से मैं मणिमुख शर्मा आप सबका इस्तकबाल करता हूं। कनाडा के ब्रिटिश कोलंबिया में जहां पर हम लोग हैं, आज सुबह वैंकूवर पुलिस ने छापे मारे। ड्रग यूज़र लिबरेशन फ्रंट करके एक एनजीओ है, उनके ऑफिसेज में, और 2 ड्रग पॉलिसी एक्टिविस्ट अरेस्ट हो गए हैं। उन पर इल्ज़ाम ये है कि उन्होंने जो पब्लिक फंडिंग उनको मिला हुआ था 2021-22 में तकरीबन $2 लाख, उसका जो है उन्होंने इस्तेमाल किया डार्क वेब का इस्तेमाल करते हुए ड्रग्स खरीद के अपने लोगों में सप्लाई उन्होंने किया, जो कि सेफ सप्लाई था। तो यहाँ पे एक विवाद छिड़ गया है जब जो अपोजिशन पार्टी है बीसी यूनाइटेड, आज उन्होंने लेजिस्लेचर में सरकार को घेरे में लिया और उनसे ये सवाल किया कि क्या आप देख भी रहे हैं कि जो आप पैसा डाल रहे हैं उसका सही इस्तेमाल हो भी रहा है कि नहीं। इस पूरे मामले में बड़े तफसील में आप सबको इसकी बारीकियों से जो है वाकिफ़ करने के लिए मेरे साथ एक बार फिर से जुड़े हैं मेरे सहयोगी रितेश लकी साहब। रितेश जी, आपका बहुत बहुत स्वागत है। थैंक यू मनी जी। तो हमें ज़रा बताइए कि ये हुआ क्या है और क्यों इन लोगों को अरेस्ट किया गया है। देखो जी, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਰੱਗ ਡੀਕ੍ਰਿਮੀਨਲਾਈਜੇਸ਼ਨ ਦੀ ਨੀਤੀ ਪਿਛਲੇ ਤਕਰੀਬਨ 10 ਕੁ ਮਹੀਨਿਆਂ ਤੋਂ ਲਾਗੂ, ਜਨਵਰੀ 2022 ਤੋਂ ਲਾਗੂ ਹੋਈ, ਜਿਸ ਦੇ ਤਹਿਤ ਕਿ ਇੱਕ ਸਰਟਨ ਕੁਆਂਟੀਟੀ ਆਫ 2.5 ਗ੍ਰਾਮ ਨਸ਼ਾ ਜਿਹੜਾ ਹੈਰੋਇਨ, ਕੋਕੇਨ, ਮੈਥਾਮਫੈਟਾਮਿਨ, MDMA ਇਹਨਾਂ ਨੂੰ ਰੱਖਣ ਦੇ ਉੱਤੇ ਤੁਹਾਡੇ ਖਿਲਾਫ ਕੋਈ ਕ੍ਰਿਮੀਨਲ ਕਾਰਵਾਈ ਨਹੀਂ ਹੋਏਗੀ। ਸੋ ਡਰੱਗ ਦੇ ਇਸਤੇਮਾਲ ਨੂੰ ਜਾਂ ਉਸ ਨੂੰ ਰੱਖਣ ਨੂੰ ਇੱਕ ਕ੍ਰਿਮੀਨਲ ਗੱਲ ਨਹੀਂ ਮੰਨਿਆ ਜਾਏਗਾ। ਲੇਕਿਨ ਇਸ ਤੋਂ ਕਈ ਸਾਲ ਪਹਿਲਾਂ ਤੋਂ ਇੱਕ ਸੇਫ ਸਪਲਾਈ ਯਾਨੀ ਕਿ ਡਰੱਗ ਦੀ ਸੇਫ ਸਪਲਾਈ ਦਾ ਪ੍ਰੋਗਰਾਮ ਜਾਰੀ ਹੈ, ਜਿਸ ਵਿੱਚ ਕਿ ਜਿਹੜੇ ਮਾਈਲਡ ਡਰੱਗਸ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਓਪੀਓਇਡਸ ਆਉਂਦੇ ਨੇ, ਉਹਨਾਂ ਨੂੰ ਇੱਥੇ ਵੈਂਡਿੰਗ ਮਸ਼ੀਨ ਦੇ ਜ਼ਰੀਏ ਸਰਕਾਰ ਵੱਲੋਂ ਹੀ ਮੁਹੱਈਆ ਕਰਾਇਆ ਜਾਂਦਾ ਹੈ। ਡਰੱਗ ਅਬਿਊਜ਼ ਦੀ ਤੇ ਡਰੱਗ ਟੌਕਸਿਸਿਟੀ ਦੀ, ਯਾਨੀ ਕਿ ਓਵਰਡੋਜ਼ ਜਿਸ ਨੂੰ ਆਪਾਂ ਕਹਿੰਦੇ ਹਾਂ ਮੋਟੀ ਮੋਟੀ ਭਾਸ਼ਾ ਦੇ ਵਿੱਚ, ਓਵਰਡੋਜ਼ ਕਾਰਨ ਮੌਤ ਹੋ ਗਈ। ਨਸ਼ੇ ਦੇ ਵਿੱਚ ਕਾਫੀ ਮਿਲਾਵਟ ਹੈ। ਫੈਂਟਾਨਿਲ ਤੇ ਹੋਰ ਕੁਝ ਅਜਿਹੇ ਕਟਿੰਗ ਏਜੰਟਸ ਰਲਾ ਕੇ ਕੋਕੇਨ ਜਾਂ ਹੈਰੋਇਨ, ਜਿਹੜੀ ਵੀ ਨਸ਼ਾ ਹੁੰਦਾ ਹੈ, ਉਸ ਦੇ ਵਿੱਚੋਂ ਮੁਨਾਫਾ ਜ਼ਿਆਦਾ ਕੱਢਿਆ ਜਾਂਦਾ ਡਰੱਗ ਪੈਡਲਰ, ਸਮਗਲਰਸ ਵੱਲੋਂ, ਮਾਫੀਆ ਵੱਲੋਂ। ਸੋ ਉਹਨਾਂ ਲਈ ਉਹ ਮੁਨਾਫਾ ਹੁੰਦਾ, ਲੇਕਿਨ ਜਦੋਂ ਉਸ ਡਰੱਗ ਨੂੰ ਕੋਈ ਲੈਂਦਾ ਹੈ ਉਸ ਦੇ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ, ਕਿਉਂਕਿ ਫੈਂਟਾਨਿਲ ਜ਼ਿਆਦਾ ਹੁੰਦਾ ਡਰੱਗ ਦੇ ਵਿੱਚ, ਉਹਦੀ ਸਟਰੈਂਥ ਜ਼ਿਆਦਾ ਹੁੰਦੀ ਹੈ, ਤੇਜ਼ੀ ਜਿਹਨੂੰ ਕਹਿੰਦੇ, ਜਿਸ ਕਾਰਨ ਓਵਰਡੋਜ਼ ਮੌਤਾਂ ਹੋ ਰਹੀਆਂ ਨੇ। ਇੱਕ ਪਬਲਿਕ ਹੈਲਥ ਐਮਰਜੈਂਸੀ ਡਿਕਲੇਅਰ ਹੋਈ ਹੈ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਦੇ ਵਿੱਚ, ਕੈਨੇਡਾ ਦੇ ਵਿੱਚ, ਪਿਛਲੇ 7 ਸਾਲ ਤੋਂ। 2016 ਦੇ ਵਿੱਚ ਪਬਲਿਕ ਹੈਲਥ ਐਮਰਜੈਂਸੀ ਡਿਕਲੇਅਰ ਕਰਤੀ ਗਈ ਸੀ। 14,000 ਤੋਂ ਵੱਧ ਲੋਕ ਮਰ ਚੁੱਕੇ ਨੇ। ਡੇਲੀ ਤਕਰੀਬਨ 6 ਜਾਂ ਅਗਲੇ ਦਿਨ 7 ਲੋਕ ਮਰਦੇ ਨੇ। 6-7 ਇਹ ਐਵਰੇਜ ਚੱਲਦੀ ਪਈ ਹੈ। ਡੇਲੀ ਮੌਤਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋ ਰਹੀਆਂ ਨੇ। ਸੋ ਅਜਿਹੀ ਔਖੀ ਸਥਿਤੀ ਦੇ ਵਿੱਚ ਜਿਹੜੇ NGOs ਨੇ, ਨਾਨ ਪ੍ਰੋਫਿਟ ਇੱਥੇ ਜਿਹੜਾ ਕਹੇ ਜਾਂਦੇ ਨੇ, ਉਹਨਾਂ ਦਾ ਕੰਮ ਹੈ ਕਿ ਉਹ ਡਰੱਗ ਐਡਿਕਟਸ ਦੇ ਨਾਲ ਕੰਮ ਵੀ ਕਰਨਗੇ, ਉਹਨਾਂ ਨੂੰ ਐਡਿਕਸ਼ਨ 'ਚੋਂ ਕੱਢਣਾ ਵੀ ਹੈ, ਅਤੇ ਸੇਫ ਸਪਲਾਈ ਜਿਹੜੀ ਡਰੱਗਸ ਹੈ, ਕਿਉਂਕਿ ਡਰੱਗ ਐਡਿਕਟ ਤੋਂ ਤੁਸੀਂ ਸਿਰਫ ਡਰੱਗਸ ਖੋਲੋ ਅਤੇ ਉਸ ਨੂੰ ਕੁਛ ਹੋਰ ਨਾ ਦਿਓ, ਤੁਹਾਨੂੰ ਅਲਟਰਨੇਟ ਦੇਣਾ ਪਏਗਾ। ਸੋ ਉਸ ਤਰੀਕੇ ਦੇ ਪ੍ਰੋਗਰਾਮ ਚੱਲਦੇ ਨੇ। NGOs ਉਹਦੇ ਵਿੱਚ ਆਪਣਾ ਯੋਗਦਾਨ ਪਾਉਂਦੀਆਂ ਨੇ। ਲੇਕਿਨ ਇੱਥੇ ਕੀ ਹੋਇਆ ਕਿ ਜਿਹੜੀ 2 ਆਰਗੇਨਾਈਜੇਸ਼ਨਸ, ਇੱਕ ਵੈਂਡੂ ਹੈ ਅਤੇ ਇੱਕ DULF, ਜਿਹਦਾ ਤੁਸੀਂ ਜ਼ਿਕਰ ਕੀਤਾ, ਡਰੱਗ ਯੂਜ਼ਰ ਲਿਬਰੇਸ਼ਨ ਫਰੰਟ, ਸੋ ਉਹਨਾਂ ਵੱਲੋਂ ਜਿਹੜੀ ਪਬਲਿਕ ਫੰਡਿੰਗ ਉਹਨਾਂ ਨੂੰ ਮਿਲੀ, ਕਿਉਂਕਿ ਨਾਨ ਪ੍ਰੋਫਿਟਸ ਨੂੰ ਗਵਰਨਮੈਂਟ ਫੰਡ ਕਰਦੀ ਹੈ। $2 ਲੱਖ DULF ਨੂੰ ਮਿਲੇ ਅਤੇ ਵੈਂਡੂ ਨੂੰ ਤਾਂ $1 ਮਿਲੀਅਨ ਮਿਲਿਆ। ਸੋ 1.2 ਮਿਲੀਅਨ, ਤਕਰੀਬਨ $12 ਲੱਖ ਜਿਹੜੇ ਇਹਨਾਂ NGOs ਨੂੰ ਦਿੱਤੇ ਗਏ। ਇਹਨਾਂ ਦੇ ਜਿਹੜੇ ਕਾਰਕੁਨ ਸੀ, ਉਹਨਾਂ ਨੇ ਰੀਸੈਂਟਲੀ ਖੁਲਾਸੇ ਕੀਤੇ ਜਾਂ ਉਹਨਾਂ ਨੇ ਦੱਸਿਆ ਆਪਣੇ ਬਾਰੇ, ਅਤੇ ਉਹਨਾਂ ਨੇ ਇਹਦੇ ਵਿੱਚ ਇਹਨੂੰ ਬਹੁਤ, ਜਿਹਨੂੰ ਕਹਿ ਸਕਦੇ ਕਿ ਪ੍ਰਾਈਡ ਦੇ ਨਾਲ ਦੱਸਿਆ। ਉਹਨਾਂ ਦੇ ਵਿੱਚ ਕੋਈ ਅਜਿਹੀ ਗੱਲ ਨਹੀਂ ਸੀ ਵੀ ਅਸੀਂ ਕੁਝ ਗਲਤ ਕੀਤਾ। ਉਹਨਾਂ ਨੇ ਕਿਹਾ ਕਿ ਡਾਰਕ ਵੈਬ ਤੋਂ ਉਹਨਾਂ ਨੇ ਡਰੱਗ ਖਰੀਦ ਕੇ ਐਡਿਕਟਸ ਨੂੰ ਸਪਲਾਈ ਕੀਤੇ। ਹੈਰੋਇਨ, ਚਿੱਟਾ ਜਿਹਨੂੰ ਆਪਾਂ ਕਹਿ ਦਿੰਦੇ, ਚਿੱਟਾ ਹੁੰਦਾ ਨਹੀਂ ਲੇਕਿਨ ਹੈਰੋਇਨ। ਸੋ ਇੱਕ ਬਹੁਤ ਵੱਡਾ ਇਸ਼ੂ ਖੜਾ ਹੋ ਗਿਆ। ਕਈ ਦਿਨਾਂ ਤੋਂ ਡਿਮਾਂਡ ਹੋ ਰਹੀ ਸੀ, ਕਈ ਹਫ਼ਤੇ ਤੋਂ ਇਸ ਵਿਸ਼ੇ ਉੱਤੇ ਓਪੋਜੀਸ਼ਨ ਪਾਰਟੀ ਨੇ ਸਰਕਾਰ ਨੂੰ ਘੇਰ ਲਿਆ ਕਿ ਸਰਕਾਰ ਦੀ ਨੀਤੀ ਪਹਿਲੀ ਤਾਂ ਗਲਤ ਹੈ, ਲੇਕਿਨ ਸਰਕਾਰ ਦਾ ਜਿਹੜਾ ਫੰਡ ਹੈ ਉਹ ਹੁਣ ਮਾਫੀਆ ਨੂੰ ਫਾਈਨੈਂਸ ਕਰਦਾ ਪਿਆ। ਅਤੇ ਫੈਕਟ ਵੀ ਹੈ ਕਿ ਪੈਸਾ ਤਾਂ ਅੰਡਰਵਰਲਡ 'ਚ ਹੀ, ਕਿ ਤੁਸੀਂ ਡਾਰਕ ਵੈਬ ਤੋਂ $2 ਲੱਖ ਜਾਂ $10 ਲੱਖ ਦਾ ਡਰੱਗ ਖਰੀਦ ਕੇ ਉਹਨੂੰ ਸੇਫ ਸਪਲਾਈ ਦੇ ਰਹੇ ਹੋ। ਇਟ ਮੀਨਸ ਕਿ ਤੁਸੀਂ ਸਰਕਾਰ ਦੇ ਖਜ਼ਾਨੇ ਨੂੰ ਮਾਫੀਆ ਨੂੰ ਦੇ ਰਹੇ ਹੋ, ਡਰੱਗ ਕਾਰਟਲਸ ਨੂੰ ਫੰਡ ਕਰ ਰਹੇ ਹੋ, ਕਿਉਂਕਿ ਉਹਨਾਂ ਨੇ ਉਸੇ ਭਾਅ ਦੇ ਉੱਤੇ ਦੇਣਾ, ਉਹਨਾਂ ਲਈ ਕੋਈ ਸਬਸਿਡੀ ਰਿਆਇਤ ਨਹੀਂ ਹੈ। ਸੋ ਇੱਕ ਬੜਾ ਵੱਡਾ, ਹੁਣ ਇੱਥੇ ਇੱਕ ਬਹੁਤ ਵੱਡੀ ਜਿਹੜੀ ਫਾਲਟ ਲਾਈਨ ਹੈ ਉਹ ਐਕਸਪੋਜ਼ ਹੁੰਦੀ ਹੈ। ਕੈਨੇਡਾ ਦੇ ਵਿੱਚ, ਹੋਰ ਪ੍ਰੋਵਿੰਸਿਸ ਦੇ ਵਿੱਚ ਕਿਤੇ ਵੀ ਡਰੱਗ ਡੀਕ੍ਰਿਮੀਨਲਾਈਜੇਸ਼ਨ ਨਹੀਂ ਹੈ। ਹਾਲਾਂਕਿ ਇਹ ਥੋੜ੍ਹਾ ਜਿਹਾ ਡੀਕ੍ਰਿਮੀਨਲਾਈਜੇਸ਼ਨ ਤੋਂ ਵੱਖ ਹੈ, ਲੇਕਿਨ ਕੀ ਨਾਨ ਪ੍ਰੋਫਿਟਸ ਇਸ ਤਰੀਕੇ ਦੀ ਫੰਡਿੰਗ ਦੀ ਵਰਤੋਂ ਸੇਫ ਸਪਲਾਈ ਦੇ ਨਾਂ ਦੇ ਉੱਤੇ, ਇਹ ਜਿਹੜੀ ਫੰਡਿੰਗ ਉਹਨਾਂ ਨੂੰ ਦਿੱਤੀ ਗਈ ਸੀ, ਜੋ ਅੱਜ ਪਬਲਿਕ ਸੇਫਟੀ ਮੰਤਰੀ ਨੇ ਦੱਸਿਆ, ਇੱਥੋਂ ਦੇ ਜਿਹੜੇ ਬ੍ਰਿਟਿਸ਼ ਕੋਲੰਬੀਆ ਦੇ ਮਾਈਕ ਫੋਨਵਰਥ ਨੇ ਲੈਜਿਸਲੇਚਰ ਦੇ ਵਿੱਚ, ਫਲੋਰ ਦੇ ਵਿੱਚ ਦੱਸਿਆ ਕਿ ਇਹ ਫੰਡਿੰਗ ਉਹਨਾਂ ਨੂੰ ਟੈਸਟਿੰਗ ਲਈ, ਡਰੱਗ ਸਟਰੀਟ
ਟੈਸਟਿੰਗ ਲਈ ਦਿੱਤੀ ਗਈ ਸੀ, ਲੇਕਿਨ ਉਹਨਾਂ ਨੇ ਇਸ ਫੰਡਿੰਗ ਦੇ ਰਾਹੀਂ ਡਾਰਕ ਵੈਬ ਤੋਂ ਡਰੱਗਸ ਹੀ ਖਰੀਦ ਲਏ। ਸੋ ਹੁਣ ਇੱਥੇ ਤੱਕ ਦੇਖੋ ਕੁਐਸਚਨ ਇੱਕ ਬੜਾ ਵੱਡਾ ਹੈ ਵੀ ਜੇ ਤੁਸੀਂ ਡਰੱਗਸ ਨੂੰ, ਇਹ ਆਪਾਂ ਪਹਿਲਾਂ ਵੀ ਚਰਚਾ ਹੁੰਦੀ ਰਹੀ ਹੈ, ਅਸੀਂ ਇਸ ਚੀਜ਼ ਨੂੰ ਲੈ ਕੇ ਮੈਂ ਕਾਫੀ ਕ੍ਰਿਟੀਕਲ ਵੀ ਰਿਹਾ ਕਿ ਜੇ ਤੁਸੀਂ ਡਰੱਗਸ ਨੂੰ ਲੋਕਾਂ ਦਾ ਆਪਣੇ ਕੋਲ ਰੱਖਣਾ, ਉਸ ਨੂੰ ਡੀਕ੍ਰਿਮੀਨਲਾਈਜ਼ ਕਰਤਾ, ਯਾਨੀ ਕਿ ਉਸ ਉੱਤੇ ਪਾਬੰਦੀ ਹਟਾਤੀ। ਹਾਲਾਂਕਿ ਇੱਥੋਂ ਦੀ ਸਰਕਾਰਾਂ ਕਹਿੰਦੇ ਨੇ ਕਿ ਅਸੀਂ 2.5 ਗ੍ਰਾਮ ਕੋਕੇਨ ਜਾਂ ਇਹੋ ਜਿਹੀ ਜਿਹੜੀ ਹਾਰਡ ਡਰੱਗਸ ਨੇ ਉਹਨਾਂ ਨੂੰ ਉਤਸ਼ਾਹਿਤ ਨਹੀਂ ਕਰਦੇ ਪਏ ਹੈ, ਲੇਕਿਨ ਜੇ ਤੁਸੀਂ ਉਹਨਾਂ ਨੂੰ ਡੀਕ੍ਰਿਮੀਨਲਾਈਜ਼ ਕਰ ਹੀ ਦਿੱਤਾ, ਜੋ ਕਿ ਤੁਹਾਡੀ ਨੀਤੀ ਦੇ ਮੁਤਾਬਕ, ਇਹ ਕਹਿੰਦੇ ਸਾਡੀ ਸਾਇੰਟੀਫਿਕ ਐਵੀਡੈਂਸ ਆਧਾਰਿਤ ਇਹ ਨੀਤੀ ਹੈ, ਤੇ ਫੈਡਰਲ ਸਰਕਾਰ ਤੇ ਹੈਲਥ ਅਥਾਰਟੀਜ਼ ਤੇ ਜਿਹੜਾ ਵੀ ਅਜੇ ਤੱਕ ਤਾਂ ਸਾਡੇ ਕੋਲ ਐਵੀਡੈਂਸ ਅਵੇਲੇਬਲ ਹੈ, ਜੇ ਡਰੱਗ ਨੂੰ ਡੀਕ੍ਰਿਮੀਨਲਾਈਜ਼ ਕਰਤਾ ਜਾਏਗਾ ਤਾਂ ਉਹਦੇ ਨਾਲ ਜੁੜਿਆ ਹੋਈ ਜਿਹੜੀ ਤੌਹਮਤ ਹੈ, ਸੋਸ਼ਲ ਸਟਿਗਮਾ ਹਟ ਜਾਏਗਾ, ਤੇ ਉਸ ਤੋਂ ਬਾਅਦ ਅਸੀਂ ਆਹਿਸਤਾ ਆਹਿਸਤਾ ਐਡਿਕਸ਼ਨ ਦੀ ਸਮੱਸਿਆ ਦਾ ਹੱਲ ਕੱਢ ਲਾਂਗੇ। ਕਿਉਂਕਿ ਇੰਨੇ ਸਾਲਾਂ ਤੋਂ ਕੁਝ ਨਹੀਂ ਹੋ ਪਾਇਆ, 6 ਸਾਲ 7 ਸਾਲ ਹੈਲਥ ਐਮਰਜੈਂਸੀ ਲੱਗੀ ਰਹੀ, ਮਾਫੀਆ ਨੂੰ ਕੰਟਰੋਲ ਨਹੀਂ ਕਰ ਪਾ ਰਹੇ। ਕੈਨੇਡੀਅਨ ਅਥਾਰਟੀਜ਼ ਦਾ ਮਾਫੀਆ ਦੇ ਉੱਤੇ ਕੋਈ ਕੰਟਰੋਲ ਨਹੀਂ ਚੱਲਦਾ, ਲੇਕਿਨ ਹੁਣ ਉਸੇ ਡਰੱਗ ਨੂੰ ਇਹਨਾਂ ਨੇ ਡੀਕ੍ਰਿਮੀਨਲਾਈਜ਼ ਕਰਤਾ, ਲੋਕ ਆਪਣੇ ਕੋਲ ਰੱਖ ਸਕਦੇ ਨੇ, ਉਹਨਾਂ ਨੇ ਫਿਰ ਕਿਤੋਂ ਨਾ ਕਿਤੋਂ ਤਾਂ ਡਰੱਗ ਲੈਣੀ ਹੈ। ਹੁਣ ਸਵਾਲ ਇਹ ਖੜਾ ਹੁੰਦਾ ਵੀ ਡਰੱਗ ਆਏਗੀ ਕਿੱਥੋਂ? ਇੱਥੇ ਕੈਨੇਬਿਸ ਜਿਹੜੀ ਹੈ, ਭਾਂਗ ਹੈ, ਉਹ ਅਲਾਉਡ ਹੈ, that is allowed here, गवर्नमेंट की तो दुकानें भी हैं। ਬਿਲਕੁਲ ਬਿਲकुल, ਲੇਕਿਨ ਜਿਹੜੀ ਹੋਰ ਡਰੱਗਸ ਹੈ, ਜਿਹੜੀ ਹਾਰਡ ਡਰੱਗਸ ਨੇ ਜਿਨ੍ਹਾਂ ਨੂੰ ਰੀਸੈਂਟਲੀ ਡੀਕ੍ਰਿਮੀਨਲਾਈਜ਼ ਕੀਤਾ, ਉਹ ਕਿੱਥੋਂ ਆਉਣਗੀਆਂ? ਸੋ ਕਨਫਿਊਜ਼ਨ ਹੈ, ਬੜੇ ਮੈਸਿਵ ਲੈਵਲ ਦੀ ਕਨਫਿਊਜ਼ਨ ਹੈ। ਇੱਕ ਨੂੰ ਕਹਿ ਸਕਦੇ ਹਾਂ ਕਿ ਸਰਕਾਰ ਦੇ ਆਪਣੇ ਲੈਵਲ ਦੇ ਉੱਤੇ ਇੱਕ ਬੜੀ ਵੱਡੀ ਗੱਲਾਂ ਤਾਂ ਕਰ ਦਿੰਦੇ ਨੇ, ਪਾਲਿਸੀਆਂ ਘੜਤੀਆਂ, ਲਾਗੂ ਕਰਤੀਆਂ, ਲੇਕਿਨ ਮੁੱਢਲੇ ਸਵਾਲ ਇਹਨਾਂ ਕੋਲ ਹੈ ਨਹੀਂ। ਸੋ ਵੈਨ ਯੂ ਡੋਂਟ ਹੈਵ ਦਾ ਆਨਸਰ, ਵੈਨ ਯੂ ਡੋਂਟ, ਇਹਨਾਂ ਕੋਲ ਬੇਸਿਕ ਹੀ ਸਵਾਲ ਨਹੀਂ ਹੈ ਵੀ ਜਿਹੜਾ ਤੁਸੀਂ 2.5 ਗ੍ਰਾਮ ਕਿਸੇ ਵਿਅਕਤੀ ਨੇ ਇੱਥੇ ਨਸ਼ਾ ਕਰਨਾ ਹੈ, ਆਪਣੇ ਕੋਲ ਰੱਖਣਾ ਹੈ, ਤੇ ਉਹ ਨਸ਼ਾ ਆਏਗਾ ਕਿੱਥੋਂ? ਹੁਣ ਜਦ ਉਸ ਚੀਜ਼ ਦਾ ਤੁਸੀਂ ਸੋਲਿਊਸ਼ਨ ਹੈ, ਤੁਹਾਡੇ ਕੋਲ ਜਵਾਬ ਨਹੀਂ ਹੈ, ਉਸ ਤੋਂ ਬਾਅਦ ਤੁਸੀਂ ਕਹੋ ਜੀ ਨਹੀਂ ਅਸੀਂ ਇਸ ਨਸ਼ੇ ਦੀ ਸਮੱਸਿਆ ਦਾ ਇਲਾਜ ਕਰਾਂਗੇ, ਉਹ ਤਾਂ ਇੱਕ ਬੜੀ ਮੈਂ ਕਹਾਂਗਾ ਕਿ ਖੋਖਲੀ ਜੀ ਨੀਤੀ ਹੈ। ਸੋ ਇਸੇ ਕਰਕੇ ਸਾਰੀਆਂ ਕਨਫਿਊਜ਼ਨਸ ਹੋ ਰਹੀਆਂ ਨੇ। ਉਹ ਜਿਹੜਾ NGO ਹੈ ਜਾਂ ਨਾਨ ਪ੍ਰੋਫਿਟ ਹੈ ਜਿਸਨੇ ਵੀ ਕੰਮ ਕੀਤਾ, ਉਹ ਵੀ ਐਟ ਫॉल्ट नहीं होएगा, उन्हें अपने विजडम ਦੇ ਵਿੱਚ ਜੋ ਗੱਲ ਕੀਤੀ, लेकिन तो अपने एंड से तो उन लोगों ने बोला है कि भाई हमने देखा हुआ है कि जो एडल्ट्रेटेड ड्रग्स, जो टॉक्सिक ड्रग्स जो इस्तेमाल करते हैं, उनके साथ क्या होता है। हाँ, उनके कोई दोस्त भी जो है मारे गए हैं ओवरडोज की वजह से, तो इसलिए आउट ऑफ कंपैशन जो है उन्होंने कहा है कि हम इसीलिए कोशिश कर रहे थे कि हम ख़रीदें अच्छा ड्रग जो सेफ़ है, जो टेस्ट हम करते हैं उस पैसे से, और फिर जो है अपने जो क्लब मेंबर्स हैं उसमें वो डिस्ट्रीब्यूट कर 10 ग्राम तक वो दे रहे हैं। तो ये उन्होंने कहा है। तो वो तो कह रहे हैं कि ये कंपैशनेट ग्राउंड पे हम तो मजबूर हो गए कानून का जो है वायलेशन करने पर, क्योंकि जो है कानून इसकी इजाज़त नहीं देता, लेकिन आपने उस हिसाब से प्रोविजंस बनाए नहीं कि सेफ सप्लाई कहाँ से आएगा, तो हम तो मजबूर हो गए। बिल्कुल, ये बहुत रेलेवेंट गल है। ਅੱਜ ਉਹਨਾਂ ਦੇ 2 ਬੰਦੇ ਗ੍ਰਿਫਤਾਰ ਕਰ ਲਏ ਗਏ। ਇੰਨੇ ਆਪੋਜੀਸ਼ਨ ਤਾਂ ਕਹਿ ਰਿਹਾ ਫੋਰੈਂਸਿਕ ਆਡਿਟ ਕਰਾਓ, ਇਨਵੈਸਟੀਗੇਸ਼ਨ ਸ਼ੁਰੂ ਹੋਈ। ਇਹ ਰੌਲਾ ਤਾਂ ਪਿਛਲੇ 2 ਹਫ਼ਤਿਆਂ ਤੋਂ ਪੈਣਾ ਸ਼ੁਰੂ ਹੋਇਆ ਹੈ। ਇੱਥੋਂ ਤੇ ਸਰੀ ਸਾਊਥ ਦੇ MLA ਨੇ ਰੌਲਾ ਪਾਇਆ, ਫਿਰ BC ਯੂਨਾਈਟਿਡ ਦੇ ਮਾਈਕ ਡੇ ਜੋਂਗ ਨੇ ਡਿਮਾਂਡ ਚੁੱਕੀ, ਫਿਰ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ, ਹੁਣ ਉਹ ਕਹਿ ਰਹੇ ਨੇ ਬੰਦੇ ਗ੍ਰਿਫਤਾਰ ਕਰ ਲਏ। ਜਦੋਂ ਤੁਸੀਂ ਨੀਤੀਆਂ ਐਡੀਆਂ ਕੰਪਲੈਕਸ ਬਣਾ ਰੱਖੀਆਂ ਨੇ, ਇਹ ਡਰੱਗ ਡੀਕ੍ਰਿਮੀਨਲਾਈਜੇਸ਼ਨ ਦੇ ਉੱਤੇ ਬੜੇ ਵੱਡੇ ਸਵਾਲ ਖੜੇ ਹੋ ਰਹੇ ਨੇ। ਆਪੋਜੀਸ਼ਨ ਪਾਰਟੀਆਂ, ਕੈਨੇਡਾ ਦੀ ਜਿਹੜੀ ਮੇਨ ਆਪੋਜੀਸ਼ਨ ਪਾਰਟੀ ਹੈ ਪੀਅਰ ਪੋਲੀਏਵ, ਜਿਹੜੇ ਕੰਜ਼ਰਵੇਟਿਵ ਪਾਰਟੀ, ਉਹਨਾਂ ਨੇ ਕੁਐਸਚਨ ਕੀਤਾ। ਹਾਲਾਂਕਿ ਪ੍ਰੋਵਿੰਸ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੀ ਲਾਗੂ ਹੋਇਆ ਹੈ, ਲੇਕਿਨ ਇੱਕ ਪਾਇਲਟ ਪ੍ਰੋਜੈਕਟ ਹੈ, 3 ਸਾਲ ਤੱਕ ਇਹਨਾਂ ਨੇ ਚੈੱਕ ਕਰਨਾ, ਲੇਕਿਨ ਉਸ ਦੀ ਰੈਮੀਫਿਕੇਸ਼ਨਸ ਬੜੀਆਂ ਸੀਰੀਅਸ ਨੇ। ਜਦੋਂ ਨੀਤੀ ਲਾਗੂ ਹੁੰਦੀ ਹੈ, ਉਸ ਤੋਂ ਕੁਝ ਹਫ਼ਤੇ ਬਾਅਦ ਇੱਕ ਖਬਰ ਆਈ ਸੀ ਕਿ ਕੋਕੇਨ ਦੀ ਜਿਹੜੀ ਟ੍ਰੇਡਿੰਗ ਲਈ ਇੱਕ ਲੈਂਗਲੀ ਬੇਸਡ ਫਰਮ ਨੂੰ ਇਜਾਜ਼ਤ ਦਿੱਤੀ ਗਈ ਹੈ, ਲਾਇਸੈਂਸ। ਉਹ ਫਰਮ ਨੇ ਦੱਸਿਆ ਵੀ ਸਾਨੂੰ ਕੋਕੇਨ ਦੀ ਟ੍ਰੇਡਿੰਗ ਦਾ ਇੱਕ ਲਾਇਸੈਂਸ ਮਿਲ ਗਿਆ ਹੈ ਜਾਂ ਪਰਮਿਸ਼ਨ ਵਗੈਰਾ ਮਿਲੀ, ਤੇ ਉਹਦਾ ਰੌਲਾ ਪੈ ਗਿਆ, ਪੂਰੇ ਦੇਸ਼ ਤੱਕ ਰੌਲਾ ਪੈ ਗਿਆ। ਤੁਸੀਂ ਇੱਕ ਪਾਸੇ ਜਦੋਂ ਤੋਂ ਤੁਸੀਂ ਨੀਤੀ ਲਾਗੂ ਕੀਤੀ ਡਰੱਗ ਡੀਕ੍ਰਿਮੀਨਲਾਈਜੇਸ਼ਨ ਦੀ, ਤਦ ਤੱਕ ਕਿਸੇ ਨੇ ਐਡੀ ਹਾਹਾਕਾਰ ਨਹੀਂ ਮਚਾਈ, ਲੇਕਿਨ ਕਿਸੇ ਨੂੰ ਇਹ ਪਤਾ ਸੀ, ਜਿਹਨੂੰ ਕਹਿੰਦੇ ਅੱਗਾ ਦੌੜ ਪਿੱਛੇ ਚੌੜ ਵਾਲੀ ਗੱਲ ਹੁੰਦੀ ਹੈ, ਵੀ ਤੁਸੀਂ ਜਾ ਤਾਂ ਉੱਧਰ ਨੂੰ ਰਹੇ ਹੋ, ਤੁਹਾਨੂੰ ਇਹ ਪਤਾ ਹੀ ਨਹੀਂ ਕਿ ਤੁਸੀਂ ਡਰੱਗ ਕਿੱਥੋਂ ਲੈ ਕੇ ਆਉਣੀ ਹੈ। ਜੇ ਇਹਨਾਂ ਤੋਂ ਪੁੱਛਿਆ ਜਾਵੇ, ਹੁਣ ਮੇਰੀ ਉਸ ਦਿਨ ਸਰੀ ਸਾਊਥ ਦੇ MLA ਦੇ ਨਾਲ ਫੋਨ ਦੇ ਉੱਤੇ ਲੰਬੀ ਗੱਲਬਾਤ ਹੋਈ ਡਿਊਰਿੰਗ ਵਨ ਆਫ ਮਾਈ ਸ਼ੋਜ਼। ਮੈਂ ਉਹਨਾਂ ਤੋਂ ਪੁੱਛਿਆ ਵੀ ਤੁਸੀਂ ਇਹ ਕਹਿ ਤਾਂ ਰਹੇ ਹੋ ਕਿ ਫੋਰੈਂਸਿਕ ਡਿਮਾਂਡ ਕਰਾਉਣ ਜਾਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਜਵਾਬ ਦੇਣ ਇਸ ਚੀਜ਼ ਦਾ, ਲੇਕਿਨ ਜੇ ਮੈਂ ਤੁਹਾਡੇ ਤੋਂ ਪੁੱਛਾਂ ਕਿ ਉਹ ਡਰੱਗ ਕਿੱਥੋਂ ਆਏਗੀ, ਉਹ ਕਹਿੰਦੇ ਨਹੀਂ ਜੀ ਅਸੀਂ ਪ੍ਰਮੋਟ ਥੋੜ੍ਹਾ ਨਾ ਕਰ ਰਹੇ ਡਰੱਗਸ ਨੂੰ। ਮੈਂ ਕਿਹਾ ਜੇ ਤੁਸੀਂ 2.5 ਗ੍ਰਾਮ ਡਰੱਗ ਇੱਕ ਬੰਦੇ ਨੂੰ ਰੱਖਣ ਦੀ ਇਜਾਜ਼ਤ ਦੇ ਦਿੱਤੀ, ਜਾਂ ਉਹਨੂੰ ਕਿਹਾ ਵੀ ਤੂੰ ਆਪਣੇ ਕੋਲ ਰੱਖ ਸਕਦਾ ਹੈ, ਤੈਨੂੰ ਇਸ ਲਈ ਪੁਲਿਸ ਫੜੇਗੀ ਨਹੀਂ, ਤੇਰੇ ਦੇ ਖਿਲਾਫ ਕਾਰਵਾਈ ਨਹੀਂ ਹੋਏਗੀ। ਜੇ ਤੁਸੀਂ ਇਸ ਲੈਵਲ ਤੇ ਆ ਗਏ, ਉਸ ਤੋਂ ਬਾਅਦ ਉਹਦੀ ਡਰੱਗ ਉਹਨੇ ਇਸਤੇਮਾਲ ਕਰਨਾ, ਅਗਲੇ ਦਿਨ ਡਰੱਗ ਨੇ ਖਤਮ ਹੋ ਜਾਣਾ, ਫਿਰ ਉਹਨੂੰ 2.5 ਗ੍ਰਾਮ ਫਿਰ ਚਾਹੀਦੀ ਹੋਏਗੀ, ਫਿਰ ਤੀਸਰੇ ਦਿਨ ਚਾਹੀਦੀ ਹੋਏਗੀ। ਸੋ ਉਹਨੂੰ ਤਾਂ ਲਗਾਤਾਰ ਇੱਕ ਸਪਲਾਈ ਦੀ ਲੋੜ ਹੈ, ਤੇ ਉਹ ਸਪਲਾਈ ਲਾਈਨ ਕਿੱਥੇ ਹੈ? ਕਿ ਸਰਕਾਰ ਨੇ ਜਿਵੇਂ ਕੈਨੇਬਿਸ ਦੇ ਤੁਸੀਂ ਸਟੋਰ ਖੋਲ੍ਹੇ, ਕੀ ਤੁਸੀਂ ਕੋਕੇਨ ਦੇ, ਹੈਰੋਇਨ ਦੇ ਸਟੋਰ ਖੋਲ੍ਹ ਸਕਦੇ ਹੋ? ਇੱਕ ਫਰਮ ਨੇ ਤਾਂ ਸਿਰਫ ਇਹਨੇ ਦੱਸਿਆ ਸੀ ਵੀ ਸਾਨੂੰ ਟ੍ਰੇਡਿੰਗ ਦੀ ਪਰਮਿਸ਼ਨ ਮਿਲੀ ਹੈ। ਐਡਾ ਵੱਡਾ ਹਾਹਾਕਾਰ ਮਰ ਗਈ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਬਿਆਨ ਦੇਣਾ ਪੈ ਗਿਆ। ਸੋ ਵੇਅਰ ਇਜ਼ ਦ ਸਪਲਾਈ ਕਮਿੰਗ ਫਰੋਮ?
हाँ ਤੁਸੀਂ ਕੀ ਕਹਿ ਰਹੇ ਹੋ ਕਿ ਅਸਮਾਨ ਚੋਂ ਆ ਜਾਏਗੀ ਉੱਡ ਕੇ, ਐਂਡ ਤੁਸੀਂ ਡਰੱਗ ਕਾਰਟਲ ਦੇ ਤੇ ਤੁਹਾਡੇ ਕੋਈ ਤੁਸੀਂ ਉਹਨਾਂ ਨੂੰ ਨਹੀਂ ਫੜ ਪਾ ਰਹੇ ਹੋ। ਮਤਲਬ ਜਿਹੜੀਆਂ ਤੁਹਾਡੀਆਂ ਰਿਕਵਰੀਜ਼ ਨੇ ਕੰਪੇਅਰ ਟੂ ਜਿੰਨੀ ਡਰੱਗ ਮਾਰਕੀਟ ਦੇ ਵਿੱਚ ਅਵੇਲੇਬਲ ਹੈ ਇੱਥੇ, ਉਸ ਮੁਕਾਬਲੇ ਤਾਂ ਆਪਾਂ ਦੇਖੋ ਪੰਜਾਬ ਦੀ ਵੀ ਗੱਲ ਕਰਦੇ ਹਾਂ ਆਪਾਂ, ਕਿਉਂਕਿ ਆਪਾਂ ਪੰਜਾਬ ਦੇ ਨਾਲ ਲਿੰਕ ਕਰਨਾ ਹੈ। ਪੰਜਾਬ ਦੇ ਵਿੱਚ ਵੀ ਸੇਮ ਸਮੱਸਿਆ ਹੈ, ਡਰੱਗ ਕਾਰਟਲ ਹੈਵੀ ਨੇ, ਡਰੱਗ ਓਵਰਡੋਜ਼ ਦੇ ਨਾਲ ਮੌਤਾਂ ਹੋ ਰਹੀਆਂ ਨੇ। ਇੱਥੇ ਘੱਟੋ ਘੱਟ ਇੱਕ ਅੰਕੜਾ ਹੈ, ਪੀਸੀ ਕਾਰਨਰਸ ਦੀ ਹਰ ਮਹੀਨੇ ਰਿਪੋਰਟ ਆਉਂਦੀ ਹੈ, ਦੱਸਦੇ ਨੇ ਵੀ ਕਿੰਨੇ ਬੰਦੇ ਡਰੱਗ ਟੌਕਸਿਸਿਟੀ ਨਾਲ ਮਾਰੇ ਗਏ, ਓਵਰਡੋਜ਼ ਦੇ ਨਾਲ ਮਾਰੇ ਗਏ, ਜ਼ਹਿਰੀਲਾਪਨ ਜਿਹੜਾ ਨਸ਼ਿਆਂ ਦਾ ਹੈ। ਸੋ ਇੱਥੇ ਤਾਂ ਗੱਲ ਆਰਗੂਮੈਂਟ ਬਹੁਤ ਅੱਗੇ ਜਾ ਚੁੱਕਾ ਹੈ। ਇਹ ਚੀਜ਼ ਜੇ ਪੰਜਾਬ 'ਚ ਵੀ ਫੋਲੋ ਹੋਵੇ, ਘੱਟੋ ਘੱਟ ਅੰਕੜਿਆਂ ਨੂੰ ਤੁਸੀਂ ਇਸ ਚੀਜ਼ ਨੂੰ ਤੁਸੀਂ ਮੀਟਰ ਦਾ ਕਰੋ ਨਾ ਕਿ ਕਿੰਨੇ ਲੋਕ ਮਾਰੇ ਜਾ ਰਹੇ ਨੇ। ਇੱਥੇ 6-7 ਸਾਲਾਂ ਤੋਂ ਉਹ ਮੀਟਰਿੰਗ ਸ਼ੁਰੂ ਹੋ ਗਈ, ਦੈਟਸ ਵਨ ਗੁੱਡ ਪਾਰਟ। ਉਹਦੀ ਵਜ੍ਹਾ ਨਾਲ ਇੱਕ ਸਾਡੇ ਸਾਹਮਣੇ ਇੱਕ ਅੰਕੜੇ ਆ ਗਏ, ਸੋ ਵੀ ਹੈਵ ਬੀਨ ਏਬਲ ਟੂ ਸਾਇੰਟੀਫਿਕਲੀ। ਲੇਕਿਨ ਹੁਣ ਜਿਹੜੀ ਨੀਤੀ ਹੈ ਉਹ ਕਿਤੇ ਨਾ ਕਿਤੇ ਕਾਰਟੇਲਸ ਨੂੰ ਸਪੋਰਟ ਤਾਂ ਨਹੀਂ ਕਰ ਰਹੀ। ਕਿਤੇ ਨਾ ਕਿਤੇ ਅੱਜ ਤੁਸੀਂ ਐਨਜੀਓ ਦੇ ਬੰਦਿਆਂ ਨੂੰ ਤਾਂ ਫੜ ਲਿਆ, ਅੱਜ ਬੜਾ ਵੱਡਾ ਕੁਐਸਚਨ ਹੈ ਕਿ ਤੁਸੀਂ ਐਨਜੀਓ ਦੇ 2 ਬੰਦੇ ਫੜ ਲਏ, ਕਿਉਂਕਿ ਉਹ ਤਾਂ ਇੱਕ ਬੜੇ ਲੌਜੀਕਲ ਐਂਡ ਤੱਕ ਗੱਲ ਨੂੰ ਲਗਾਏ। ਅਲਟੀਮੇਟਲੀ ਉਹਨਾਂ ਦੇ ਕੋਲ ਐਡਿਕਟਸ ਨੇ ਜਿਨ੍ਹਾਂ ਦੇ ਉੱਤੇ ਉਹ ਕੰਮ ਕਰਦੇ ਪਏ ਨੇ, ਤੇ ਉਹਨਾਂ ਐਡਿਕਟਸ ਨੂੰ ਡਰੱਗਸ ਚਾਹੀਦੇ ਨੇ, ਉਹਨਾਂ ਨੇ ਡਾਰਕ ਵੈਬ ਤੋਂ ਡਰੱਗਸ ਖਰੀਦ ਲਏ। ਇਸ 'ਚ ਗਲਤ ਕੀ ਹੈ? क्योंकि पॉलिसी क्लैरिटी नहीं है बिल्कुल। क्योंकि पॉलिसी ਹੁਣ ਤੁਸੀਂ ਕਹੋਗੇ ਨਹੀਂ ਗਲਤ, ਸਭ ਕੁਝ ਹੀ ਗਲਤ ਹੈ। ਉਹ ਐਮਐਲਏ ਮੋਹਤਰਮਾ ਜਿਹੜੇ ਮੇਰੇ ਨਾਲ ਗੱਲ ਕਰ ਰਹੇ ਸੀ ਕਹੋਗੇ ਇਹ ਤਾਂ ਗਲਤ ਹੈ, ਇਹ ਤਾਂ ਸ਼ੌਕਿੰਗ ਹੈ। ਅੱਜ ਵੀ BC ਲੈਜਿਸਲੇਚਰ ਦੇ ਵਿੱਚ ਵੀ ਸਰਕਾਰ ਸਪਲਾਈ ਕਰ ਰਹੀ ਹੈ, ਫੰਡ ਕਰ ਰਹੀ ਹੈ ਕਾਰਟਲ ਨੂੰ। ਜਦੋਂ ਤੁਸੀਂ ਡਰੱਗ ਡੀਕ੍ਰਿਮੀਨਲਾਈਜੇਸ਼ਨ ਦੀ ਨੀਤੀ ਲਾਗੂ ਕੀਤੀ, ਕੀ ਤੁਸੀਂ ਡਰੱਗ ਕਾਰਟਲ ਦੀ ਮਦਦ ਨਹੀਂ ਕੀਤੀ? ਸਿੱਧੇ ਢੰਗ ਨਾਲ, ਇਨਡਾਇਰੈਕਟਲੀ ਤੁਸੀਂ ਨਹੀਂ ਉਹਨਾਂ ਦੀ ਰਸਤਾ ਖੋਲ੍ਹਤਾ ਕਿ ਹੁਣ ਤਾਂ ਖੁੱਲ੍ਹ ਕੇ ਡਰੱਗ ਰੱਖੋ। ਹੁਣ ਤਾਂ ਉਹਦਾ ਕ੍ਰਿਮੀਨਲ ਐਂਗਲ ਵੀ ਖਤਮ ਹੋ ਗਿਆ। ਸੋਸ਼ਲ ਸਟਿਗਮਾ ਨੂੰ ਹਟਾਉਣਾ ਜੀ, ਇੱਕ ਗੱਲ ਸਮਝ ਆਉਂਦੀ ਵੀ ਡਰੱਗ ਐਡਿਕਟ ਖੁੱਲ੍ਹ ਕੇ ਗੱਲ ਕਰਨ, ਉਹ ਕਿਸੇ ਦਬਾਅ ਹੇਠ ਨਾ ਹੋਣ, ਉਹਨਾਂ ਨੂੰ ਇਹ ਨਾ ਲੱਗੇ ਵੀ ਸਾਨੂੰ ਸ਼ਰਮ ਨਾ ਆਵੇ, ਸੰਗ ਨਾ ਹੋਵੇ, ਆਪਣੀ ਗੱਲ ਨੂੰ ਖੁੱਲ੍ਹ ਕੇ ਉਹ ਬਿਆਨ ਕਰਨ। ਇਸ ਵਾਸਤੇ ਉਹਨਾਂ ਨਾਲ ਜਿਹੜਾ ਇੱਕ ਸਮਾਜਿਕ ਧੱਬਾ ਲੱਗਿਆ ਹੁੰਦਾ ਅਸੀਂ ਉਹਨੂੰ ਦੂਰ ਕਰਨਾ ਹੈ। ਇਸ ਵਾਸਤੇ ਡਰੱਗ ਡੀਕ੍ਰਿਮੀਨਲਾਈਜੇਸ਼ਨ, ਇੰਨੀ ਕੁ ਗੱਲ ਤੱਕ ਤਾਂ ਮੈਨੂੰ ਸਮਝ ਆਉਂਦੀ ਹੈ। ਇਸ ਤੋਂ ਅੱਗੇ ਨਹੀਂ ਮੈਨੂੰ ਸਮਝ ਆਉਂਦੀ ਕਿ 2.5 ਗ੍ਰਾਮ ਤੋਂ ਅੱਗੇ ਤੁਸੀਂ ਹਾਊ ਵਿਲ ਯੂ ਗੈਟ ਦੈਟ, ਫਰੋਮ ਵੇਅਰ ਡਜ਼ ਅ ਪਰਸਨ ਪ੍ਰੋਕਿਓਰ ਦੈਟ ਡਰੱਗ। ਐਗਜ਼ੈਕਟਲੀ। ਇਹ ਕਹਿ ਤਾਂ ਰਹੇ ਨੇ ਕਿ ਇਹਦਾ ਮਕਸਦ ਇਹ ਨਹੀਂ ਹੈ ਕਿ ਅਸੀਂ ਲੋਕਾਂ ਨੂੰ ਉਤਸ਼ਾਹਿਤ ਕਰ ਰਹੇ ਹਾਂ, ਅਸੀਂ ਕਹਿੰਦੇ ਨਹੀਂ ਕਿ ਤੁਸੀਂ ਆਓ। ਦੂਸਰੇ ਪਾਸੇ ਜਿਹੜੇ ਹੋਰ ਕੰਮ ਹੋਣੇ ਚਾਹੀਦੇ ਨੇ ਉਹ ਵੀ ਕਹਿੰਦੇ ਨੇ ਅਸੀਂ ਫੰਡਿੰਗ ਕਰ ਰਹੇ ਹਾਂ, ਡੀ ਐਡਿਕਸ਼ਨ ਸੈਂਟਰ ਵੀ ਚਲਾਏ ਹੋਏ ਨੇ, ਸਭ ਚਲਾਇਆ ਹੋਇਆ। ਲੇਕਿਨ ਇਹ ਜ਼ਰੂਰੀ ਸੀ ਜੀ, ਇਹ ਕਰਕੇ ਦੇਖਦੇ। 7 ਸਾਲਾਂ ਦੇ ਵਿੱਚ ਮੌਤਾਂ ਦਾ ਅੰਕੜਾ ਥੱਲੇ ਨਹੀਂ ਆਇਆ, ਰੋਜ਼ਾਨਾ 6-7 ਮੌਤਾਂ ਹੋ ਰਹੀਆਂ ਨੇ। ਤੇ जब तो ये लागू हुई है पॉलिसी 10 महीने हो गए ने, उस तो बाद भी कोई ज़्यादा फर्क नहीं पाया। जैसे BC कॉर्नर्स के 2 रिपोर्ट आ चुके हैं अब तक, जिसमें उन्होंने बताया है कि कोई फ़र्क नहीं पड़ा है टॉक्सिसिटी डेथ्स में। और जो डेल्टा पुलिस के चीफ कांस्टेबल है डू बोर्ड, उन्होंने भी एक ओपन लेटर लिखा था गवर्नमेंट को, ये कहते हुए कि भाई सेफ सप्लाई जब तक आप मुहैया नहीं कराएंगे तब तक जो ही ये डीक्रिमिनलाइजेशन शायद अधूरा सा एक है। क्योंकि अगर आप पोर्चुगल से आप सीखना चाहते हैं तो पोर्चुगीज़ एग्जाम्पल में तो ये भी था कि आप सेफ सप्लाई देंगे और हेल्थ इंफ्रास्ट्रक्चर जो है कि इमरजेंसी कॉल्स अगर आ रहे हैं तो फिर कितना फास्ट रिस्पॉन्डर, कितने हैं फास्ट रिस्पॉन्डर्स, और कितना जो है आपने हॉस्पिटल में कैपेसिटी बिल्ड की, कितना आपने अवेयरनेस फैलाया कि आप ये मिक्सिंग ना करें। एक फ्रेजर हेल्थ अथॉरिटी के एक साहब भी आए थे आप ही के शो पर, वो बता रहे थे कि किस तरह से ड्रग्स में आप मिलावट कर देते थे, वो सिंथेटिक ड्रग बन जाता है, ओरिजिनल हेरोइन का कुछ नहीं बचता है जब आप मिक्सिंग करते हैं। तो वो फायदा भी उसका फायदा मतलब है भी टॉक्सिसिटी क्यों बढ़ रही है। चाहे पंजाब की भी गल करिए, उत्थे ड्रग ओवरडोज दी मौतां क्यों हो गईयां, क्योंकि बड़ा सिंपल है। ਹੈਰੋਇਨ ਨੂੰ ਕਿਵੇਂ ਪ੍ਰੋਡਿਊਸ ਕੀਤਾ ਜਾਂਦਾ, ਮੈਨੂਫੈਕਚਰ ਕੀਤਾ ਜਾਂਦਾ ਹੈ। ਕੋਕੇਨ ਆਉਂਦੀ ਹੈ ਇੱਧਰ ਸਾਊਥ ਅਮਰੀਕਨ ਮੁਲਕਾਂ ਦੇ ਵਿੱਚੋਂ, ਹੈਰੋਇਨ ਤਾਂ ਅਫਗਾਨਿਸਤਾਨ ਪਾਕਿਸਤਾਨ ਤੋਂ ਉੱਧਰਲਾ ਏਰੀਆ ਹੈਗਾ, ਬਰਮਾ ਵਾਲੇ ਪਾਸਿਓਂ ਆਉਂਦੀ ਹੈ। ਸੋ ਇਹਨਾਂ ਡਰੱਗਸ ਦੇ ਵਿੱਚ ਹੋਰ ਕਟਿੰਗ ਏਜੰਟਸ ਪਾਤੇ ਜਾਂਦੇ ਹਨ। ਬੇਸਿਕ ਕਿਲਰ ਹੈ ਫੈਂਟਨਿਲ। 80-85% ਜਿਹੜੀਆਂ ਡਰੱਗ ਓਵਰਡੋਜ਼ ਦੇ ਕਾਰਨ ਮੌਤਾਂ ਹੋਈਆਂ, ਉਹਨਾਂ ਦੇ ਜਦੋਂ ਕੀਤੇ ਗਏ, ਉਹਨਾਂ ਦਾ ਅਟੋਪਸੀ ਵਗੈਰਾ ਹੁੰਦੀ ਹੈ, ਜਦੋਂ ਉਹਨਾਂ ਦਾ ਕੈਮੀਕਲ ਐਨਾਲਿਸਿਸ ਹੋਇਆ, ਉਹਦੇ ਵਿੱਚ ਪਾਇਆ ਗਿਆ ਕਿ ਫੈਂਟਨਿਲ ਵਾਜ਼ ਪ੍ਰੈਜ਼ੈਂਟ ਇਨ 85% ਕੇਸਿਸ। ਸੋ ਉਹਨੇ ਡਰੱਗ ਦੇ ਵਿੱਚ ਤੇਜ਼ੀ ਲਿਆਉਣੀ ਹੈ, ਉਹਨੇ ਤੁਹਾਡੇ ਸੈਂਟਰਲ ਨਰਵਸ ਸਿਸਟਮ, ਜਿਸ ਨੂੰ ਕਿ ਤੁਹਾਨੂੰ ਹਾਈ ਚਾਹੀਦਾ ਹੁੰਦਾ ਜਦੋਂ ਤੁਸੀਂ ਡਰੱਗ ਦੀ ਆਦਤ ਪੈ ਜਾਂਦੀ ਹੈ। ਸੋ ਉਹ ਹਾਈ ਬੀਇੰਗ ਔਨ ਹਾਈ ਔਨ ਡਰੱਗਸ, ਉਹ ਹਾਈ ਇੰਨਾ ਹੋ ਜਾਂਦਾ ਕਈ ਵਾਰ ਤੁਹਾਡਾ ਨਰਵਸ ਸਿਸਟਮ ਹਿੱਟ ਕਰ ਜਾਂਦਾ ਹੈ ਬਿਕੋਜ਼ ਆਫ ਦੈਟ ਓਵਰਡੋਜ਼, ਬਿਕੋਜ਼ ਆਫ ਦੈਟ ਕੁਆਂਟਿਟੀ ਔਰ ਦਾ ਸਟਰੈਂਥ ਔਰ ਦਾ ਇੰਟੈਂਸਿਟੀ ਆਫ ਦੈਟ ਡੋਜ਼ ਜਿਹੜੀ ਤੁਸੀਂ ਲਈ ਹੁੰਦੀ ਹੈ। ਸੋ ਮੁੱਦਾ ਇਹ ਹੈ, ਇੱਥੇ ਤੋਂ ਨਸ਼ਿਆਂ ਦਾ ਤਾਂ ਮੁੱਦਾ ਪਿੱਛੇ ਚਲਾ ਗਿਆ ਕਿ ਕੋਕੇਨ, ਹੁਣ ਤਾਂ ਹੈਰੋਇਨ ਤੇ ਕੋਕੇਨ ਵਿਚਾਰੇ ਲੱਗਣ ਲੱਗ ਪਏ ਵਿਦ ਦਿਸ ਟੌਕਸਿਸਿਟੀ। ਐਂ ਲੱਗਦਾ ਕਿ ਇਹਦਾ ਵਿਚਾਰਾ ਹੈਰੋਇਨ ਤਾਂ ਇਕੱਲੀ ਹੈਰੋਇਨ ਪੀਂਦਾ ਤਾਂ ਨਾ ਮਾਰਦਾ, ਇਹ ਤਾਂ ਕਿਉਂਕਿ ਸਿੰਥੈਟਿਕ ਹੈਰੋਇਨ ਪੀ ਰਿਹਾ ਜਿਹਦੇ ਵਿੱਚ ਕੁਝ ਚੀਜ਼ਾਂ ਮਿਲਾਈਆਂ ਹੋਈਆਂ ਨੇ ਤਾਂ ਮੌਤਾਂ ਹੋ ਰਹੀਆਂ ਨੇ। ਇੱਥੇ ਤਾਂ ਆਰਗੂਮੈਂਟ ਮੈਨੂੰ ਲੱਗਦਾ ਜਿਹੜੇ ਲੋਕ ਸਾਨੂੰ ਪੰਜਾਬ ਵਿੱਚ ਬੈਠ ਕੇ, ਇੰਡੀਆ ਵਿੱਚ ਬੈਠ ਕੇ ਸੁਣ ਰਹੇ ਹੋਣਗੇ, ਉਹ ਸੋਚ ਰਹੇ ਹੋਣਗੇ ਵੀ ਕੀ ਚਰਚਾ ਹੋ ਰਹੀ ਹੈ। ਇਨਫੈਕਟ ਕਿਸੇ ਬਾਹਰਲੇ ਬੰਦੇ ਨੂੰ ਬੜਾ ਅਜੀਬ ਲੱਗਦਾ ਵੀ ਆ ਕੀ ਡਿਸਕਸ਼ਨ ਹੈ। ਇਜ਼ ਦਿਸ ਅ ਡਿਸਕਸ਼ਨ ਕਿ ਤੁਸੀਂ ਵੀ ਡਰੱਗ ਦੀ ਸੇਫ ਸਪਲਾਈ, ਡਰੱਗ, ਬਟ ਠੀਕ ਹੈ, ਇਸ
ਅਥਾਰਟੀਜ਼ ਕਹਿੰਦੀਆਂ ਵੀ ਇਹ ਚੀਜ਼ ਕਰਨੀ ਜ਼ਰੂਰੀ ਹੈ, ਉਹਨਾਂ ਨੇ ਕਰ ਵੀ ਲਈ, ਲੇਕਿਨ ਅੱਗੇ ਤੁਸੀਂ ਆਪਣੇ ਸਿਸਟਮਸ, ਪ੍ਰੋਸੈਸਿਸ, ਪ੍ਰੋਡਕਟ ਕੀ ਹੋਏਗਾ, ਉਸੇ ਚੀਜ਼ਾਂ ਨੂੰ ਬਿਲਕੁਲ ਕਲੈਰਿਟੀ ਨਹੀਂ ਹੈ। ਤੁਸੀਂ ਇੱਕ ਚੀਜ਼ ਕਹਿ ਦਿੰਦੇ ਹੋ, ਜਿਵੇਂ ਕਹਿੰਦਾ ਜੁਮਲਾ ਛੱਡਤਾ, ਅੱਗੇ ਜ਼ਮੀਨੀ ਪੱਧਰ ਉੱਤੇ ਉਸਨੇ ਲਾਗੂ ਕਿਵੇਂ ਹੋਣਾ ਤੁਹਾਨੂੰ ਨਹੀਂ ਪਤਾ, ਯੂ ਡੋਂਟ ਨੋ। ਉਹ ਸਲੋਲੀ ਐਂਡ ਸਟੈਡੀਲੀ। ਫੋਰ ਇੰਸਟੈਂਸ ਇੱਕ ਹੋਰ ਐਗਜ਼ਾਮਪਲ ਦਿੰਦਾ ਤੁਹਾਨੂੰ, ਜਿਵੇਂ ਇੱਥੇ ਇਹਨਾਂ ਨੇ ਡਰੱਗ ਡੀਕ੍ਰਿਮੀਨਲਾਈਜੇਸ਼ਨ ਦੀ ਨੀਤੀ ਲਾਗੂ ਕੀਤੀ ਬ੍ਰਿਟਿਸ਼ ਕੋਲੰਬੀਆ ਦੇ ਪ੍ਰੋਵਿੰਸ ਨੇ, ਉਸ ਵਕਤ ਇੱਕ ਰੌਲਾ ਪੈ ਗਿਆ। ਰੌਲਾ ਕਿਸ ਚੀਜ਼ ਦਾ ਪਿਆ? ਇੱਥੋਂ ਦੀ ਮਿਊਨਿਸਪੈਲਿਟੀਜ਼ ਨੇ ਕਿਹਾ ਕਿ ਜੀ ਬੱਚੇ ਜਿਹੜੇ ਸਕੂਲਾਂ ਦੇ ਵਿੱਚ ਹੈਗੇ ਨੇ, ਪਾਰਕਸ ਦੇ ਵਿੱਚ ਹੈਗੇ ਨੇ, ਡਰੱਗ ਐਡਿਕਟਸ ਉੱਥੇ ਇੰਜੈਕਸ਼ਨ ਲੈ ਰਹੇ ਨੇ, ਸਰਿੰਜਾਂ ਵਿਖਰੀਆਂ ਪਈਆਂ ਨੇ, ਜਿਹੜਾ ਵੀ ਪੈਰਾਫਰਨੇਲੀਆ ਡਰੱਗ ਅਬਿਊਜ਼ ਦੇ ਨਾਲ ਜੁੜਿਆ ਹੁੰਦਾ ਹੈ, ਵਰਤੋਂ ਦਾ ਜਿਹੜਾ ਸਮਾਨ ਨਸ਼ਾ ਵਰਤਣ ਵਾਲਿਆਂ ਦਾ, ਉਹ ਤਾਂ ਆਮ ਪਬਲਿਕ ਪਲੇਸਿਸ ਦੇ ਵਿੱਚ ਹੈ। ਕਿਉਂਕਿ ਡੀਕ੍ਰਿਮੀਨਲਾਈਜ਼ ਹੋ ਗਿਆ ਤਾਂ ਉਹ ਆਪਣੀ ਪਾਰਕ ਦੇ ਵਿੱਚ ਬੈਠ ਕੇ ਆਪਣੇ ਆਪ ਨੂੰ ਇੰਜੈਕਸ਼ਨ ਲਗਾ ਸਕਦਾ ਹੈ, ਉਹ ਕੋਈ ਵੀ ਚੀਜ਼ ਪੀ ਸਕਦਾ ਹੈ, ਤੇ ਬੱਚੇ ਉਸ ਨੂੰ ਦੇਖ ਸਕਦੇ ਨੇ, ਕੋਈ ਵੀ ਦੇਖ ਸਕਦਾ ਹੈ, ਤੇ ਕਈਆਂ ਨੂੰ ਪ੍ਰੋਬਲਮ ਵੀ ਹੋ ਸਕਦੀ ਹੈ, ਤੇ ਕਈ ਉਸ ਨੂੰ ਦੇਖ ਕੇ ਹੀ ਸ਼ਿਕਾਰ ਵੀ ਹੋ ਸਕਦੇ ਨੇ। ਸੋ ਇੱਥੇ ਜਦੋਂ ਰੌਲਾ ਪਿਆ, ਆਪੋਜੀਸ਼ਨ ਨੇ ਜਾਂ ਕੁਝ MLAs ਨੇ ਸਵਾਲ ਚੁੱਕਿਆ ਵੀ ਤੁਸੀਂ ਘੱਟੋ ਘੱਟ ਪਬਲਿਕ ਪਾਰਕਾਂ ਦੇ ਵਿੱਚ ਤਾਂ ਮਨਾਹੀ ਕਰੋ। ਹਾਂ, ਇੱਥੋਂ ਦੀ ਸਰਕਾਰ ਵਾਜ਼ ਨਾਟ ਕਲੀਅਰ। ਇੱਥੋਂ ਦੇ ਜਿਹੜੇ ਮੈਂਟਲ ਹੈਲਥ ਮਿਨਿਸਟਰ ਹੈਗੇ ਨੇ, ਉਹਨਾਂ ਨੇ ਜੈਨੀਫਰ ਵਾਈਟਸਾਈਡ, ਉਹਨਾਂ ਨੇ ਕਿਹਾ ਨਹੀਂ ਜੀ, ਇਹਦੇ ਲਈ ਤਾਂ ਤੁਸੀਂ ਮਿਊਨਿਸਪੈਲਿਟੀਜ਼ ਆਪਣੇ ਬਾਇਲਾਜ਼ 'ਚ ਲਿਖ ਦਿਓ ਤੇ ਪਾਰਕਾਂ ਦੇ ਵਿੱਚ ਮਨਾ ਕਰ ਦਿਓ। ਹੁਣ ਇਹ ਜਵਾਬ ਦੇ ਕੇ ਉਹ ਬਹਿ ਗਏ। ਇੱਕ ਅੱਜ ਤੋਂ ਕੁਝ ਮਹੀਨੇ ਪਹਿਲਾਂ ਦੀ ਗੱਲ ਹੈ। ਤੁਸੀਂ ਦੇਖੋ ਕਿੱਡਾ ਵੱਡਾ, ਦਿਸ ਵਾਜ਼ ਨਾਟ ਕਲੀਅਰ। ਸੋ ਹੋਇਆ ਕਿ ਜਦੋਂ ਉਸ ਤੋਂ ਬਾਅਦ ਉਹਨਾਂ ਨੇ ਖੁਦ ਇਸ ਚੀਜ਼ ਦੀ ਗਹਿਰਾਈ ਦੇ ਵਿੱਚ ਸਰਕਾਰ ਨੇ ਜਵਾਬ ਤਾਂ ਦੇ ਦਿੱਤਾ ਵੀ ਲੈਜਿਸਲੇਚਰ ਵਿੱਚ ਖੜਾ ਹੋ ਕੇ, ਬਟ ਵੈਨ ਦੇ ਗੈਟ ਇਟ ਟੂ ਦ ਬਾਟਮ ਆਫ ਦਿਸ, ਉਹਨਾਂ ਨੇ ਰਿਅਲਾਈਜ਼ ਕੀਤਾ ਕਿ ਇਹਦੇ ਲਈ ਤਾਂ ਸਾਨੂੰ ਕਾਨੂੰਨ ਬਦਲਣਾ ਪਏਗਾ। ਉਹਨਾਂ ਨੇ ਫਿਰ ਫੈਡਰਲ ਗਵਰਨਮੈਂਟ ਨੂੰ ਲਿਖਿਆ, ਉੱਥੇ ਐਕਟ ਦੇ ਵਿੱਚ ਅਮੈਂਡਮੈਂਟ ਹੋਈ। ਉਸ ਤੋਂ ਬਾਅਦ BC ਲੈਜਿਸਲੇਚਰ ਦੇ ਵਿੱਚ ਇੱਕ ਕਾਨੂੰਨ ਲਿਆਂਦਾ ਗਿਆ, ਅਮੈਂਡਮੈਂਟ ਲਿਆਂਦੀ ਗਈ, ਤੇ ਉਸ ਤੋਂ ਬਾਅਦ ਉਹ ਚੀਜ਼ ਲਾਗੂ ਹੋਈ, ਜਿਸ ਤੋਂ ਬਾਅਦ ਪੂਰੇ ਪ੍ਰੋਵਿੰਸ ਦੇ ਸਕੂਲਾਂ 'ਚ ਤਾਂ ਬੈਨ ਸੀ, ਖੈਰ ਪਲੇਗਰਾਊਂਡ, ਜਿਹੜੇ ਹੋਰ ਪਬਲਿਕ ਪਲੇਸਿਸ ਸੀਗੀਆਂ ਜਿੱਥੇ ਕਿ ਸਮਾਜਿਕ ਕਮਿਊਨਿਟੀ ਦੇ ਲੋਕ ਆਉਂਦੇ ਨੇ, ਉਹਨਾਂ ਸਾਰੀਆਂ ਥਾਵਾਂ ਦੇ ਉੱਤੇ ਡਰੱਗ ਨੂੰ ਬੈਨ ਕੀਤਾ ਗਿਆ। ਲੇਕਿਨ ਇਹ ਤਕਰੀਬਨ 4-5 ਮਹੀਨੇ ਲੱਗ ਗਏ ਪ੍ਰੋਸੈਸ ਦੇ ਵਿੱਚ। ਸੋ ਲੈਕ ਆਫ ਕਲੈਰਿਟੀ। ਇੱਕ ਚੀਜ਼ ਜਿਹੜੀ ਡਰੱਗ ਡੀਕ੍ਰਿਮੀਨਲਾਈਜੇਸ਼ਨ ਨਾਲ ਜੁੜੀ ਹੈ, ਉਹ ਆਹਿਸਤਾ ਆਹਿਸਤਾ ਸਮਝ ਆ ਰਹੀ ਹੈ। 3 ਸਾਲ ਦਾ ਪਾਇਲਟ ਪ੍ਰੋਜੈਕਟ ਹੈ, ਲੇਕਿਨ 3 ਸਾਲ ਬਾਅਦ ਜੇ ਮੌਤਾਂ ਦੇ ਅੰਕੜੇ ਥੱਲੇ ਨਾ ਆਏ, ਤੁਹਾਡੀ ਜਿਸਦੀ ਸੰਭਾਵਨਾ ਲੱਗ ਰਹੀ ਹੈ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਡਰੱਗ ਅਬਿਊਜ਼ ਘਟ ਰਿਹਾ ਹੈ। ਓਵਰਡੋਸ ਨਾਲ ਮੌਤਾਂ ਨੂੰ ਤੁਸੀਂ ਕੰਟਰੋਲ ਜੇ ਕਰ ਲਓ ਤਾਂ ਇੱਕ ਇਹਨਾਂ ਦੀ ਪ੍ਰਾਪਤੀ ਹੋਗੀ। ਨਸ਼ੇ ਦੀ ਸਮੱਸਿਆ ਤਾਂ ਉੱਥੇ ਦੀ ਉੱਥੇ ਖੜੀ ਹੈ, ਲੇਕਿਨ ਜੇ ਤੁਹਾਨੂੰ 3 ਸਾਲ ਬਾਅਦ ਇਹ ਸਮਝ ਆਈ ਵੀ ਇਸ ਪ੍ਰੋਗਰਾਮ ਨੇ ਤਾਂ ਕੁਝ ਅਸਰ ਹੀ ਨਹੀਂ ਕੀਤਾ, ਜਿਵੇਂ ਇਹਨਾਂ ਨੂੰ ਹਰ 3-4 ਮਹੀਨੇ ਬਾਅਦ ਕੁਝ ਨਾ ਕੁਝ ਨਵਾਂ ਚੀਜ਼ ਸਮਝ ਵਿੱਚ ਆ ਜਾਂਦੀ ਹੈ। ਅੱਜ ਜਿਹੜੇ ਲੋਕ ਕ੍ਰਿਮੀਨਲ ਲੱਗ ਰਹੇ ਨੇ, ਜਿਵੇਂ ਨਾਨ ਪ੍ਰੋਫਿਟ ਵਾਲਿਆਂ ਨੂੰ ਚੱਕਿਆ, ਮੈਂ ਇਹਨਾਂ ਦੇ ਵਿੱਚ ਐਡੀ ਵੱਡੀ ਕ੍ਰਿਮੀਨੈਲਿਟੀ ਨਹੀਂ ਵੇਖਦਾ। ਜੇ ਤੁਸੀਂ ਨੀਤੀ ਅਜਿਹੀ ਲਾਗੂ ਕਰਤੀ ਜਿੱਥੇ ਕਿ ਤੁਸੀਂ ਲੋਕਾਂ ਦੀ ਜੇਬਾਂ ਦੇ ਵਿੱਚ ਉਹਨਾਂ ਦੇ ਕੋਲ ਡਰੱਗ ਰੱਖਣ ਨੂੰ ਅਲਾਓ ਕਰਤਾ, ਪਰਮਿਸ਼ਨ ਦਿੱਤੀ, ਫਿਰ ਉਹਨਾਂ ਦੀ ਸਪਲਾਈ ਦੀ ਵਿਵਸਥਾ ਵੀ ਤੁਹਾਨੂੰ ਕਰਨੀ ਪੈਣੀ ਹੈ। ਉਹ ਇੱਕ ਵੱਖਰਾ ਵਿਸ਼ਾ ਹੈ ਕਿ ਜੇ ਇੱਕ NGO ਨੇ ਕੀਤਾ, ਤੁਸੀਂ ਉਹਨਾਂ ਨੂੰ ਅੱਜ ਟਾਰਗੇਟ ਕਰ ਰਹੇ ਹੋ, ਬਟ ਆਈ ਫੀਲ ਦੈਟ ਵਾਜ਼, ਇਹ ਤਾਂ ਕਿਸੇ ਨਾ ਕਿਸੇ ਦਿਨ ਤਾਂ ਇਹ ਚੀਜ਼ ਤੁਹਾਨੂੰ ਵੀ ਕਰਨੀ ਪਏਗੀ। ਜੇ ਤੁਸੀਂ ਇਫ ਯੂ ਗੋ ਅਹੈਡ ਵਿਦ ਦਿਸ ਡਰੱਗ ਡੀਕ੍ਰਿਮੀਨਲਾਈਜੇਸ਼ਨ, ਦੇयर ਵਿਲ ਬੀ ਅ ਡੇ ਵੈਨ ਦ ਗਵਰਨਮੈਂਟ ਵਿਲ ਹੈਵ ਟੂ ਐਕਚੁਅਲੀ ਓਪਨ ਦ ਸਟੋਰਸ। ਜੇ ਤੁਸੀਂ ਉਹ ਨਹੀਂ ਕਰਦੇ ਦੈਨ ਯੂ ਆਰ ਨਾਟ, ਫਿਰ ਤੁਸੀਂ ਸੋਲੂਸ਼ਨ ਕੁਝ ਨਹੀਂ ਦਿੱਤਾ ਹੈ। ਡਰੱਗ ਡੀਕ੍ਰਿਮੀਨਲਾਈਜੇਸ਼ਨ ਕਰਕੇ ਤੁਸੀਂ ਕਾਰਟਲ ਦੀ ਮਦਦ ਕੀਤੀ ਹੈ, and that is what you have done. Otherwise you have done nothing in the name of removing the social stigma that is attached with drug overdose and abuse. तो क्या सरकार को आपको लगता है कि ये जिम्मेदारी लेनी नहीं है कि एक लेवल पे तो आप कह रहे हैं कि इसको डीक्रिमिनलाइज करके जो है हम स्टिग्मा हटा रहे हैं, लेकिन साथ ही साथ जो है आप जो लीगल फ्रेमवर्क है उसको भी आप नहीं बदल रहे हैं कि सेफ सप्लाई कहाँ से आएगा। गवर्नमेंट शायद ये इल्ज़ाम खुद पे नहीं लाना चाह रही है कि आपने ड्रग्स बेचे, है ना, तो आपने इसको लीगलाइज कर दिया। ਜੋ ਕਿ ਸਰਕਾਰ ਇਹ ਕਹਿੰਦੇ ਕਿ ਤੁਸੀਂ, ਇਹ ਵੀ ਨਹੀਂ ਕਹਿੰਦੇ ਕਿ ਵਰਤ ਲਓ, ਉਹ ਕਹੋਗੇ ਜੇ ਤੁਸੀਂ ਵਰਤ ਰਹੇ ਹੋ, ਤੁਹਾਡੇ ਕੋਲ ਡਰੱਗਸ ਹੈ, ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ 2.5 ਗ੍ਰਾਮ ਤੱਕ। ਹੁਣ ਇਹਦਾ ਕੀ ਮਤਲਬ ਲਾਈਏ? ਇਹਦਾ ਮਤਲਬ ਇਹ ਲਾਈਏ ਵੀ ਡਰੱਗ ਇਸਤੇਮਾਲ ਨੂੰ ਸਰਕਾਰ ਵਧਾਵਾ ਦੇ ਰਹੀ ਹੈ, ਇਹਦਾ ਇਹ ਮਤਲਬ ਲਾਇਆ ਜਾ ਵੀ ਉਹਨੂੰ ਉਹ ਡਿਸਕਰੇਜ ਕਰਦੇ ਪਏ ਨੇ, ਕੀ ਮਤਲਬ ਇਹਦਾ? ਤੁਸੀਂ ਮੂੰਹ ਫੇਰਦੇ ਪਏ ਹੋ ਉਹਨਾਂ ਤੋਂ ਤਾਂ ਕਿ ਉਹ ਸਟਿਗਮੇਟਾਈਜ਼ ਨਾ ਫੀਲ ਕਰਨ। ਮਤਲਬ ਕਿੰਨੀ ਵੱਡੀ ਮਤਲਬ ਦੁਵਿਧਾ ਹੈ। ਇੱਕ ਵੇਖਣ ਵਾਲੇ ਨੂੰ, ਇੱਕ ਨਿਊਟਰਲ ਜਿਹੜਾ ਆਬਜ਼ਰਵ ਹੋਏਗਾ, ਉਹਨੂੰ ਇਸ ਪਾਲਿਸੀ ਦੇ ਵਿੱਚ ਇੱਕ ਮੈਡਨੈਸ ਨਜ਼ਰ ਆਏਗੀ। ਕਿਉਂਕਿ ਜੇ ਤੁਹਾਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ, ਉਸ ਦਾ ਇਲਾਜ ਹੀ ਹੋਣਾ ਚਾਹੀਦਾ ਹੈ। ਉਸ ਬਿਮਾਰੀ ਦੇ ਨਾਲ ਜੀਆ ਨਹੀਂ ਜਾ ਸਕਦਾ। ਫਿਲਹਾਲ ਇਹ ਉਸ ਬਿਮਾਰੀ ਦੇ ਨਾਲ ਜੀਣ ਦੇ ਸੰਸਾਧਨ ਲੋਕਾਂ ਦੇ ਹੱਥ ਵਿੱਚ ਫੜਾਇਆ ਹੈ, ਤੇ ਇਹ ਨਹੀਂ ਦੱਸਿਆ ਕਿ ਉਹ ਡਰੱਗ ਆਏਗੀ ਕਿੱਥੋਂ, ਵਿਚ ਇਜ਼ ਦ मेन फंडामेंटल क्वेश्चन। बड़ा हाफ हार्टेड सा है। लेकिन चलिए यहाँ पर तो फिर भी ये विमर्श हो रहा है कि बात हो रही है कि 2.5 ग्राम दे ना दे, क्या सही है गलत है। क्या आपको लगता है कि पंजाब में या हिंदुस्तान के बाकी स्टेट्स में ये कॉन्वर्सेशंस हो भी रहे हैं कि कोई पोर्चुगल का मॉडल भी स्टडी किया जा रहा है या कहीं और पे जो है डिक्रिमिनलाइजेशन हुआ है, क्या वो एज अ मेथड, एज अ टूल, उसके बारे में सोचा भी जा रहा है कि किस तरह से आप
नहीं तो पंजाब का उड़ता पंजाब को कंट्रोल कैसे करेंगे? ਇਹ ਤੁਸੀਂ ਬੜਾ ਇੰਪੋਰਟੈਂਟ ਕੁਐਸਚਨ ਪੁੱਛਿਆ ਕਿ ਕਿਉਂਕਿ ਜੇ ਕੁਐਸਚਨ ਨਾ ਪੁੱਛਿਆ ਜਾਂਦਾ ਅੱਜ ਦੀ ਡਿਬੇਟ ਪੂਰੀ ਨਹੀਂ ਹੋਣੀ ਸੀ। ਪੰਜਾਬ 'ਚ ਕੀ ਹੋ ਰਿਹਾ, ਪੰਜਾਬ 'ਚ ਕਹਿ ਰਹੇ ਵੀ ਬੱਚਿਆਂ ਨੂੰ ਇਕੱਠੇ ਕਰੋ 2000 ਗਰਾਊਂਡ ਦੇ ਵਿੱਚ ਤੇ ਸ਼ਪਥ ਗ੍ਰਹਿਣ ਕਰ ਲਓ। ਉੱਥੇ ਇਹ ਹੋ ਰਿਹਾ, ਉਹ ਸਹੁੰ ਖਾ ਰਹੇ ਨੇ, ਉਹ ਸਾਈਕਲਾਂ ਦੇ ਉੱਤੇ ਰੈਲੀਆਂ ਕੱਢ ਰਹੇ ਨੇ। ਜਿੰਨੇ ਵੀ ਦਿਖਾਵੇ ਦਾ ਜਿਹੜਾ ਵੀ ਮਜਮਾ ਸਜਾ ਸਕਦੀਆਂ ਨਾ ਸਰਕਾਰਾਂ, ਉੱਥੇ ਉਹ ਕਰ ਰਹੀਆਂ ਨੇ। ਉਹ ਡਰੱਗਸ ਦੇ ਉੱਤੇ ਕੋਈ ਕੰਮ ਨਹੀਂ ਕਰਦੇ ਪਏ। ਹਰ ਦੂਜੇ ਚੌਥੇ ਦਿਨ ਪੰਜਾਬ ਦੇ ਡੀਜੀਪੀ ਜਾਂ ਸੰਬੰਧਿਤ ਪੁਲਿਸ ਮਹਿਕਮੇ ਦੱਸ ਦਿੰਦੇ ਨੇ ਜੀ ਅਸੀਂ ਇੰਨੇ ਗ੍ਰਾਮ ਫੜੀ, ਇੰਨੇ ਕਿਲੋ ਕੋਕੇਨ ਫੜ ਲਈ, ਹੈਰੋਇਨ ਫੜ ਲਈ, ਕਿਉਂਕਿ ਹੈਰੋਇਨ ਜ਼ਿਆਦਾ, ਕੋਕੇਨ ਤਾਂ ਰੀਸੈਂਟਲੀ ਕੇਸ ਆਇਆ। ਸੋ ਦੇ ਆਰ ਟੈਲਿੰਗ ਅਬਾਊਟ ਦ ਰਿਕਵਰੀਜ਼ ਐਂਡ ਵਨ ਆਫ ਉਹ ਦੱਸ ਦੇਣਗੇ ਕਦੇ ਨਾ ਕਦੇ ਕਿ ਅਸੀਂ ਤਸਕਰ ਵੀ ਫੜ ਲਏ, ਲੇਕਿਨ ਰਿਕਵਰੀਆਂ ਦਿਸ ਰਹੀਆਂ ਨੇ ਤੇ ਰੈਲੀਆਂ ਹੋ ਰਹੀਆਂ ਨੇ, ਵੱਡੇ ਵੱਡੇ ਸਮਾਗਮ ਹੋ ਰਹੇ ਨੇ। ਐਕਚੁਅਲ ਦੇ ਵਿੱਚ ਜੋ ਕੰਮ ਕਰਨ ਵਾਲਾ ਨਹੀਂ ਹੋ ਰਿਹਾ, ਤੁਸੀਂ ਮੀਟਰ ਨਹੀਂ ਕਰ ਰਹੇ ਹੋ। ਜਿਵੇਂ ਰਾਈਟਲੀ ਯੂ ਪੁਆਇੰਟਡ ਇਟ ਆਊਟ, BC ਕਾਰਨਰਸ ਦੀ ਇੱਥੇ ਰਿਪੋਰਟ ਆਉਂਦੀ ਹੈ, ਤੁਹਾਡੇ ਕੋਈ ਵੀ ਮੌਤ ਹੁੰਦੀ ਹੈ ਦੇਸ਼ ਦੇ ਵਿੱਚ, ਸੂਬੇ ਦੇ ਵਿੱਚ, ਸ਼ਹਿਰ ਦੇ ਵਿੱਚ, ਉਸ ਨੂੰ ਸਮਝਿਆ ਜਾਂਦਾ ਵੀ ਉਹਦੇ ਪਿੱਛੇ ਦੇ ਕਾਰਨ ਕੀ ਹੈ। ਤੇ ਜੇ ਡਰੱਗ ਓਵਰਡੋਜ਼ ਦਾ ਕਾਰਨ ਹੈ ਤਾਂ ਫਿਰ ਉਸ ਡਰੱਗ ਓਵਰਡੋਜ਼ ਦੇ ਕੇਸ ਦੀ ਪ੍ਰੋਪਰ ਆਟੋਪਸੀ ਹੋ ਕੇ, ਉਸ ਦਾ ਕੈਮੀਕਲ ਐਨਾਲਿਸਿਸ ਹੋ ਕੇ ਇਹ ਚੀਜ਼ ਕਲੀਅਰ ਹੋਵੇ ਕਿ ਉਸ ਦੀ ਮੌਤ ਕਿਹੜੇ ਕੈਮੀਕਲ ਦੀ ਵਜ੍ਹਾ ਨਾਲ ਹੋਈ, ਤੇ ਫਿਰ ਉਹਨਾਂ ਮੌਤਾਂ ਦਾ ਹਿਸਾਬ ਕਿਤਾਬ ਰੱਖਿਆ ਜਾਵੇ। ਇੱਥੇ ਤਾਂ ਅੰਕੜਿਆਂ ਤੋਂ ਤਾਂ ਡਰਦੇ ਨੇ। ਜਿਹੜੀਆਂ ਸਰਕਾਰਾਂ ਆਪਣੇ ਹੈਲੀਕਾਪਟਰਾਂ ਦੇ ਪੈਟਰੋਲ, ਉਹ 'ਚ ਫਿਊਲ ਕਿੰਨਾ ਵਰਤਿਆ ਗਿਆ, ਮਾਫ ਕਰਨਾ, ਪੈਟਰੋਲ ਫਿਊਲ ਕਿੰਨਾ ਵਰਤਿਆ ਗਿਆ, ਹੈਲੀਕਾਪਟਰ ਦੀ ਵਰਤੋਂ ਕਿੰਨੀ ਹੋਈ, ਜਿਹੜੀਆਂ ਸਰਕਾਰਾਂ ਉਸ ਚੀਜ਼ ਦੇ ਡੇਟਾ RTA ਦੇ ਤਹਿਤ ਦੇਣ ਨੂੰ ਤਿਆਰ ਨਹੀਂ, ਆਪਣੀ ਫਜ਼ੂਲ ਖਰਚੀ ਦੇ ਡੇਟਾ ਦੇਣ ਨੂੰ ਤਿਆਰ ਨਹੀਂ, ਆਪਣੇ ਐਡਵਰਟੀਜ਼ਮੈਂਟ ਦੇ ਡੇਟਾ ਦੇਣ ਨੂੰ ਤਿਆਰ ਨਹੀਂ, ਉਹ ਮੌਤਾਂ ਦਾ ਹਿਸਾਬ ਕਿਤਾਬ ਕੀ ਕਰਨਗੇ? ਤੇ ਉਹਨਾਂ ਦਾ ਧਿਆਨ ਕਿਹੜੇ ਵਾਲੇ ਪਾਸੇ ਹੈ? ਐਂਡ ਫਰੋਮ ਬ੍ਰਿਟਿਸ਼ ਕੋਲੰਬੀਆ ਦੇਰ ਆਰ ਸੋ ਮੈਨੀ ਥਿੰਗਸ ਐਂਡ ਸੋ ਮੈਨੀ ਲੈਸਨਸ ਟੂ ਲਰਨ ਫॉर ਪੰਜਾਬ, ਬਿਕੋਜ਼ ਸਾਡੀਆਂ ਆਇਡੈਂਟੀਕਲ ਪ੍ਰੋਬਲਮ ਨੇ, ਸੈਟਅਪ ਵੱਖਰੇ ਨੇ, ਲੇਕਿਨ ਡਰੱਗ ਦੀ ਪ੍ਰੋਬਲਮ ਬਿਲਕੁਲ ਸੇਮ ਹੈ, ਓਵਰਡੋਜ਼ ਦੀਆਂ ਮੌਤਾਂ ਬਿਲਕੁਲ ਸੇਮ ਨੇ, ਸਥਿਤੀਆਂ ਸੇਮ ਨੇ। ਇੱਥੇ ਤਾਂ ਚਲੋ ਫਿਰ ਵੀ ਬਹੁਤ ਅਗਲੇ ਲੈਵਲ ਤੇ ਜਾ ਚੁੱਕੇ ਨੇ, ਹਾਲਾਂਕਿ ਇੱਥੇ ਵੀ ਸਾਨੂੰ ਮੈਡਨੈਸ ਦਿਸਦੀ ਹੈ ਇਹਨਾਂ ਦੀ ਪਾਲਿਸੀ ਦੇ ਵਿੱਚ, ਬਟ ਯੂ ਨੈਵਰ ਨੋ, 3 ਸਾਲ ਬਾਅਦ ਵੀ ਮਾਈਟ ਬੀ ਰੋਂਗ। ਅਸੀਂ ਸ਼ਾਇਦ ਪਹਿਲਾਂ ਜੱਜ ਕਰ ਰਹੇ ਹਾਂ, ਹੋ ਸਕਦਾ 3 ਸਾਲ ਬਾਅਦ ਕੋਈ ਚੰਗੇ ਨਤੀਜੇ ਆ ਜਾਣ, ਐਂਡ ਮੇ ਬੀ ਦੇਰ ਆਰ, ਜਿਵੇਂ ਪੁਰਤਗਾਲ ਦਾ ਮਾਡਲ ਹੈ, ਉਸ ਨੂੰ ਫੋਲੋ ਕਰਨ ਦੀ ਕੋਈ ਗੱਲਬਾਤ ਹੋਵੇ। ਸੋ ਵੀ ਆਰ ਜਸਟ ਵੇਟਿੰਗ ਐਂਡ ਵਾਚਿੰਗ। ਇੱਥੇ ਸਾਡਾ ਸਿਰਫ ਪ੍ਰੋਬਲਮ ਹੈ ਕਿ ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ ਉਹਨਾਂ ਦੇ ਤੁਸੀਂ ਨਿਟੀਗ੍ਰਿਟੀਜ਼, ਉਹਨਾਂ ਦੀ ਜਿਹੜੀ ਪ੍ਰੈਕਟੀਕਲ ਐਪਲੀਕੇਸ਼ਨ ਔਨ ਗਰਾਊਂਡ ਹੈ, ਉਸ ਨੂੰ ਤੁਸੀਂ ਵਰਕਆਊਟ ਨਹੀਂ ਕੀਤਾ। ਜੇ ਤੁਸੀਂ ਡੀਕ੍ਰਿਮੀਨਲਾਈਜ਼ ਕਰ ਹੀ ਦਿੱਤਾ ਹੈ ਤਾਂ ਉਸ ਤੋਂ ਬਾਅਦ ਤੁਸੀਂ ਇਸ ਚੀਜ਼ ਦਾ ਇਲਜ਼ਾਮ ਲੈਣ ਤੋਂ ਕਿਉਂ ਡਰਦੇ ਹੋ ਕਿ ਸਰਕਾਰ ਨੂੰ ਕੋਕੇਨ ਦੇ ਜਾਂ ਹੈਰੋਇਨ ਦੇ ਜਾਂ ਮੈਥੈਮਫੈਟਾਮਾਈਨ MDMA ਦੇ ਸਟੋਰ ਖੋਲ੍ਹਣੇ ਪੈ ਜਾਣ? ਖੋਲ੍ਹੋ, ਕਰੋ, ਗੋ ਦੈਟ ਐਕਸਟਰਾ ਮਾਈਲ। ਜਾਣਾ ਪਏਗਾ ਨਾ। ਤੁਸੀਂ ਆਲਰੇਡੀ ਡੀਕ੍ਰਿਮੀਨਲਾਈਜੇਸ਼ਨ ਦੀ ਨੀਤੀ ਲਾਗੂ ਕਰਕੇ ਇੱਕ ਪੁਲਾਂਗ, ਜਿਹਨੂੰ ਕਹਿੰਦੇ ਕਿ ਇੱਕ ਬਹੁਤ ਵੱਡੀ ਛਾਲ ਲਾਈ ਹੈ, ਯੂ ਹੈਵ ਟੇਕਨ ਅ ਹਿਊਜ ਸਟੈਪ ਫਾਰਵਰਡ, ਦੈਨ ਟੇਕ ਇਟ ਫੁਲੀ। ਉਹ ਹਾਫ ਹਾਰਟਡ, ਜਿਵੇਂ ਤੁਸੀਂ ਵਰਡ ਸ਼ਬਦ, ਇਹ ਨਹੀਂ ਵੀ ਨੀਤੀ ਲਾਗੂ ਕਰਤੀ ਡਰੱਗ ਡੀਕ੍ਰਿਮੀਨਲਾਈਜੇਸ਼ਨ ਤੇ ਆਪਣੇ ਆਪ ਚਮਤਕਾਰ ਹੋ ਜਾਏਗਾ। ਚਮਤਕਾਰ ਨਹੀਂ ਹੋਏਗਾ, ਤੁਹਾਨੂੰ ਸੇਫ ਸਪਲਾਈ ਤਾਂ ਰੱਖਣੀ ਪਏਗੀ। ਤੇ ਜੇ ਓਪੀਓਇਡ ਜਾਂ ਕੁਝ ਹੋਰ ਮਾਈਲਡ ਜਿਹੜੇ ਡਰੱਗਸ, ਜਿਵੇਂ ਕੈਨੇਬਿਸ ਵਰਗੇ, ਭਾਂਗ, ਚਰਸ ਵਗੈਰਾ, ਅਜਿਹੇ ਜੇ ਕੋਈ ਸਾਈਕੋਟ੍ਰੋਪਿਕ ਡਰੱਗਸ ਦੇਣ ਨਾਲ ਲੋਕ ਹੈਰੋਇਨ ਤੇ ਕੋਕੇਨ ਜਾਂ ਇਹਨਾਂ ਦੇ ਸਖਤ ਨਸ਼ਿਆਂ ਤੋਂ ਬਾਹਰ ਨਿਕਲਦੇ ਨੇ, ਤਾਂ ਉਹ ਲਾਗੂ, ਉਹਨੂੰ 2018 ਦੀ ਕੈਨੇਬਿਸ ਲਾਗੂ ਕੀਤੀ ਹੋਈ ਹੈ ਨਾ, ਲੀਗਲ, ਉਹਨੂੰ ਤਾਂ ਲੀਗਲਾਈਜ਼ ਕੀਤਾ ਹੈ। ਡੀਕ੍ਰਿਮੀਨਲਾਈਜ਼ ਤੇ ਲੀਗਲਾਈਜ਼ ਕਰਨ ਦੇ ਵਿੱਚ ਵੀ ਫਰਕ ਹੈ। ਸੋ ਕੈਨੇਬਿਸ ਦੇ ਸਟੋਰ ਖੋਲ੍ਹੇ ਨੇ, ਖੋਲ੍ਹਣੇ ਪੈਣਗੇ ਤੁਹਾਨੂੰ। ਜੇ ਤੁਸੀਂ ਨਹੀਂ ਖੋਲ੍ਹੋਗੇ ਤਾਂ ਫਿਰ ਆਹੀ ਕੁਝ ਹੋਏਗਾ। ਹੋਰ ਨਸ਼ਾ ਕਿੱਥੋਂ ਆਉਣਾ ਹੈ? ਸਰਕਾਰ ਨੇ ਕਿਹੜਾ ਕੋਈ ਉੱਥੇ ਸੁਪਰ ਸਟੋਰ ਖੋਲ੍ਹ ਲਏ ਨੇ ਕੋਕੇਨ ਦੇ, ਮੈਥੈਮਫੈਟਾਮਾਈਨ ਦੇ, ਜੋ ਕਿ ਸ਼ਾਇਦ ਖੁੱਲ੍ਹ ਚੁੱਕੇ ਹੋਣੇ ਚਾਹੀਦੇ ਸੀਗੇ ਜੇ ਤੁਸੀਂ ਇਸ ਨੀਤੀ ਨੂੰ ਲਾਗੂ ਕਰਨਾ ਚਾਹੁੰਦੇ ਹੋ। ਅਦਰਵਾਈਜ਼ ਤਾਂ ਸਾਰੀ ਦੀ ਸਾਰੀ ਗੱਲਬਾਤ ਇਲੌਜੀਕਲ ਹੈ, ਕੋਈ ਸਿਰ ਪਰ ਜੁੜਦਾ ਨਹੀਂ ਪਿਆ। ਯੂ ਆਰ ਨਾਟ ਮੇਕਿੰਗ ਐਨੀ ਗ੍ਰੇਟ ਸੈਂਸ। ਹਾਲਾਂਕਿ ਇੱਥੇ ਸਮਝਾਉਣ ਦੀ ਬੜੀ ਕੋਸ਼ਿਸ਼ ਕਰਦੇ ਨੇ ਕਿ ਦੇ ਟਰਾਈ ਟੂ ਮੇਕ ਅ ਹਿਊਜ ਸੈਂਸ ਆਊਟ ਆਫ ਦੈਟ ਡੀਕ੍ਰਿਮੀਨਲਾਈਜੇਸ਼ਨ ਸਟਫ, ਬਟ ਵਾਟ ਦੇ ਆਰ ਨਾਟ ਏਬਲ ਟੂ ਟੈਲ ਇਜ਼ ਕਿ ਫਾਈਨਲੀ ਇਸ ਪੂਰੀ ਦੀ ਪੂਰੀ ਨੀਤੀ ਨੇ ਡਰੱਗ ਕਾਰਟਲਸ ਦੀ ਮਦਦ ਕਰਨੀ ਹੈ। ਅੱਜ ਤੁਸੀਂ NGOs ਨੂੰ ਕਹਿ ਰਹੇ ਹੋ ਵੀ ਤੁਸੀਂ ਫਾਈਨਾਂਸ ਸਰਕਾਰ ਦਾ, ਫੰਡਿੰਗ ਸਰਕਾਰ ਦੀ NGOs ਉਹਨੂੰ ਜਾਰੀ ਹੈ ड्रग कार्टेल ਨੂੰ, लेकिन मदद तो सरकार की नीतियाँ भी ड्रग कार्टेल की कर रही हैं। अब जैसे पोर्चुगीज़ मॉडल के बारे में जब बात होती है तो जो एक्सपर्ट्स हैं वो ये कहते हैं कि देखिए जब पोर्चुगल ने भी शुरुआत की थी तो उसके टीथिंग ट्रबल्स थे। 2000 में जब ये शुरू होता है या फिर इस पॉलिसी के बारे में डिस्कशन शुरू होता है, शायद 2001 या 2 से ये लागू होता है, तब यूरोपियन यूनियन में पोर्चुगल में सबसे ज़्यादा ड्रग रिलेटेड डेथ्स होते थे। 2022 में 22 साल बाद या 20 साल बाद पोर्चुगल यूरोपियन यूनियन में सबसे कम ड्रग टॉक्सिसिटी डेथ्स हुए हैं पोर्चुगल में। और उन्होंने यही कहा था कि मतलब क्योंकि एक इट वाज अ 3-pronged अप्रोच, एक तो आपने सेफ सप्लाई मुहैया कराया, डिक्रिमिनलाइज कर दिया, और तीसरा जो आपने हेल्थ इंफ्रास्ट्रक्चर बढ़ा दिया, ये सपोर्ट मैकेनिज्म बने शेल्टर्स में जो है आप लोगों को जो है ये चीज़ें जो है आप बताएं। यहाँ पे अब थोड़ा सा हाफ हार्टेड एफर्ट है। नहीं अच्छा सिर्फ रौला ये भी सेफ सप्लाई ते सप्लाई का की मतलब है, तो वो सप्लाई कित्थों आएगी? हाँ
दैट इज़ वेरी इंपॉर्टेंट। हाँ ਸੋ ਉਸ ਸਪਲਾਈ ਦੇ ਨਾਂ ਦੀ ਤਾਂ ਰੌਲਾ ਹੈ। ਅੱਜ ਵੀ ਹੁਣ ਜਿਹੜੇ ਛਾਪੇਮਾਰੀ ਹੋਈ 2 ਬੰਦੇ ਫੜ ਲਏ, ਇਟ ਇਜ਼ ਬਿਕੋਜ਼ ਆਫ ਦਾ ਸਪਲਾਈ ਇਸ਼ੂ। ਉਹਨਾਂ ਨੇ ਵੀ ਤਾਂ ਸਪਲਾਈ ਕਰਨ ਦੀ ਕੋਸ਼ਿਸ਼ ਕੀਤੀ ਨਾ। हाँ ਸੋ ਮੁੱਦਾ ਉੱਥੇ ਪੇਚ ਫਸਿਆ ਹੋਇਆ ਹੈ। ਨੀਤੀ ਦੇ ਨਾਲ ਪ੍ਰੋਬਲਮ ਐ ਸੱਚ ਨਹੀਂ ਹੈ। ਗੱਲ ਹੋਈ ਹੈ ਨਾ ਵੀ ਜੇ ਸਰਕਾਰ ਸਪਲਾਈ ਨੂੰ ਕੰਟਰੋਲਡ ਸਪਲਾਈ ਤੁਸੀਂ ਦੇਣੀ ਹੈ, ਤੁਸੀਂ ਕਹਿੰਦੇ ਹੋ ਵੀ ਘੱਟ ਨਸ਼ਾ ਵਰਤੋ, ਨਾ ਵਰਤੋ, ਜ਼ਹਿਰੀਲਾ ਤਾਂ ਬਿਲਕੁਲ ਨਾ ਵਰਤੋ, ਤਾਂ ਫਿਰ ਤੁਹਾਨੂੰ ਉਸ ਜ਼ਹਿਰੀਲੇ ਨਸ਼ੇ ਦੀ ਸਪਲਾਈ ਨੂੰ ਰੋਕਣਾ ਪਏਗਾ, ਜੋ ਕਿ ਨਸ਼ੇ ਦੇ ਤਸਕਰਾਂ ਦੇ ਖਿਲਾਫ ਕਾਰਵਾਈ ਦੇ ਨਾਲ ਰੁਕਦੀ ਹੈ। ਉਹ ਤਾਂ ਤੁਸੀਂ ਇੰਨੇ ਪਿਛਲੇ 5 ਦਹਾਕਿਆਂ 'ਚ ਨਹੀਂ ਕਰ ਪਾਇਓ। ਰਫਲੀ 45 to 50 years ਆਈ ਹੈਵ ਬੀਨ ਲਿਸਨਿੰਗ। ਉਸ ਤੋਂ ਵੀ ਪਹਿਲਾਂ ਹੋਏਗਾ, ਜਿੱਦਾਂ ਮੈਂ ਇਹਨਾਂ ਨੂੰ ਟਰੈਕ ਕੀਤਾ ਹੈ। 1980 ਦੇ ਦੌਰ ਤੋਂ ਇੱਥੇ ਡਰੱਗ ਕਾਰਟੇਲ ਤੇ ਗੈਂਗ ਵਾਰ ਚੱਲਦੀਆਂ ਸੀਗੀਆਂ, ਠੀਕ ਹੈ ਨਾ। बिल्कुल ਬਿੰਦੀ ਜੌਹਲ ਦੇ ਸਮੇਂ ਤੋਂ ਲੈ ਕੇ ਦੋਸਾਂਝ ਬ੍ਰਦਰਸ, ਇਹ ਸਭ ਕੀ ਸੀਗੇ? ਆਪਣੇ ਪੰਜਾਬੀ ਜਿਹੜੇ ਗੈਂਗਸਟਰ ਇੱਥੇ ਵੱਡੇ ਰਹੇ ਨੇ, ਤੇ ਅੱਜ ਵੀ ਉਹ ਜਿੰਨੇ ਵੀ ਗੈਂਗ ਚੱਲਦੇ ਨੇ, ਇਹਨਾਂ ਦਾ ਹੋਰ ਕੀ ਕੰਮ ਹੈ? ਇਹਨਾਂ ਦਾ ਡਰੱਗ ਦਾ ਹੀ ਕਾਰੋਬਾਰ ਹੈ। ਇਹ ਇੱਥੇ ਫਰੋਤੀਆਂ ਫਰੂਤੀਆਂ ਦਾ ਐਡਾ ਰੌਲਾ ਨਹੀਂ ਹੈ, ਐਕਸਟੋਰਸ਼ਨ ਐਡਾ ਵੱਡਾ ਬਿਜ਼ਨਸ ਨਹੀਂ ਹੈ, ਬਟ ਦਾ ਹੋਲ ਗੇਮ ਇਜ਼ ਆਲ ਅਬਾਊਟ ਡਰੱਗਸ। ਸੋ ਉਹ ਤਾਂ 4 ਡੈਕੇਡਸ ਤੋਂ ਤੁਸੀਂ ਨਹੀਂ ਕਰ ਪਾਇਓ। ਸੋ ਹੁਣ ਬਣਦਾ ਇਹ ਸੀ ਵੀ ਸੇਫ ਸਪਲਾਈ ਤੁਸੀਂ ਆਪਣੇ ਹੱਥ ਵਿੱਚ ਲਓ। ਤੇ ਅਸਲ ਦੇ ਵਿੱਚ ਜੇ ਤੁਸੀਂ ਸਪਲਾਈ ਹੱਥ ਵਿੱਚ ਲੈ ਲੈਂਦੇ ਹੋ, ਹੁਣ ਤੁਸੀਂ ਉਸ ਗੱਲ ਤੇ ਆ ਜਾਓ। ਆਪਾਂ ਜਿਹੜੀ ਗੱਲ ਕਰ ਰਹੇ ਥੋੜੀ ਜੀ ਸ਼ੌਕਿੰਗ ਵੀ ਲੱਗੇਗੀ। ਲੈਟ ਅਸ ਅਸਿਊਮ ਕਿ ਸਰਕਾਰ ਨੇ ਆਪਣਾ ਕੋਕੇਨ ਦਾ, ਮੈਥਮਫੈਟਾਮਿਨ ਦੇ ਸਟੋਰ ਖੋਲ ਲਏ, ਹੈਰੋਇਨ ਦਾ ਸਟੋਰ ਖੋਲਿਆ, ਵਿਚ ਇਜ਼ ਸੇਫ ਸਪਲਾਈ। ਤੁਹਾਡੇ ਕੋਲ ਕੋਈ ਵਿਅਕਤੀ ਆਂਦਾ, ਤੁਸੀਂ ਉਸ ਨੂੰ 2.5 ਗ੍ਰਾਮ ਤੱਕ ਦੇਣੀ ਹੈ, ਠੀਕ ਹੈ ਨਾ, ਹੀ ਇਜ਼ ਐਨ ਐਡਿਕਟ। ਤੁਸੀਂ ਉਸ ਦਾ ਨਾਂ ਲਿਖੋਗੇ, ਤੁਸੀਂ ਉਸ ਦਾ ਆਇਡੈਂਟੀਟੀ ਚੈੱਕ ਕਰੋਗੇ, ਤੁਸੀਂ ਉਸ ਦਾ ਪੂਰਾ ਡੇਟਾ ਤੁਹਾਡੇ ਕੋਲ ਆ ਗਿਆ, ਤੇ ਤੁਸੀਂ ਇਸ ਚੀਜ਼ ਨੂੰ ਮੀਟਰ ਕਰੋਗੇ। ਫਿਰ ਤੁਸੀਂ ਉਸ ਉੱਤੇ ਕੰਮ ਕਰਨਾ ਸ਼ੁਰੂ ਕਰੋਗੇ। ਦੈਨ ਯੂ ਵਿਲ ਹੈਵ ਟੂ ਸਟਾਰਟ ਵਰਕਿੰਗ ਔਨ ਹਿਸ ਡੀ ਐਡਿਕਸ਼ਨ। ਜੇ ਤਾਂ ਇਹ ਕੰਮ ਕੀਤਾ ਗਿਆ ਹੁੰਦਾ, ਦੈਨ ਪ੍ਰੋਬੈਬਲੀ ਯੂਰ ਪਾਲਿਸੀ ਵੁੱਡ ਹੈਵ ਮੈਂਟ ਸਮ ਸੈਂਸ, ਤੇ ਉਹਦੇ ਨਾਲ ਡਰੱਗ ਕਾਰਟਲ ਨੂੰ ਆਟੋਮੈਟਿਕਲੀ ਸੱਟ ਲੱਗ ਜਾਣੀ ਸੀ। ਜਦੋਂ ਜੇ ਸਰਕਾਰ ਨੇ ਆਪਣੇ ਸਟੋਰ ਖੋਲ੍ਹੇ, ਤਾਂ ਜਿਹੜੇ ਵਿਚਲੇ ਮੀਡੀਓਕਰ ਜਿਹੜੇ ਸਮਗਲਰਸ ਨੇ, ਪੈਡਲਰਸ ਨੇ, ਉਹਨਾਂ ਦੀ ਤਾਂ ਗੇਮ ਖਤਮ। ਸੋ ਤੁਸੀਂ ਤਾਂ ਸਿੱਧਾ ਕੋਲੰਬੀਆ ਦੇ ਨਾਲ, ਮੈਕਸੀਕੋ ਦੇ ਨਾਲ, ਜਿਹੜੇ ਉੱਥੇ ਵੱਡੇ ਕੋਕੇਨ ਸਪਲਾਇਰਸ ਬੈਠੇ ਨੇ, ਅਫਗਾਨਿਸਤਾਨ ਦੇ ਵਿੱਚ ਜਿਹੜੇ, ਉਹ ਸਰਕਾਰ ਖਰੀਦ ਲੈ ਨਾ ਫਿਰ, ਕਿਉਂਕਿ ਲਿਆਓ, ਸਾਨੂੰ ਲਿਆਓ, ਬੋਰੇ ਭਰੋ ਤੇ ਜਹਾਜ਼ ਭਰੋ, ਤੇ ਕੋਕੇਨ ਦੇ ਤੇ ਮੈਥੇਨ ਐਮਫੈਟਾਮਿਨ ਦੇ ਤੇ ਸਭ ਦੇ ਉਹ ਆ ਰਹੇ ਨੇ। ਸੋ ਉਹ ਸਪਲਾਈ ਆ ਕੇ ਸਟੋਰਾਂ 'ਚ ਤੁਸੀਂ ਮੀਟਰਿੰਗ ਦੇ ਨਾਲ ਦੇ ਰਹੇ ਹੋ। ਜਿਹਨੇ ਜਾਣੀ ਜੀ ਜਾ ਕੇ ਸਟੋਰ ਤੋਂ ਲਵੇ। ਅੱਧਾ ਤਾਂ ਤੁਸੀਂ ਕਾਰਟਲ ਦਾ ਲੱਕ ਉਵੇਂ ਭੰਨਤਾ, ਲੇਕਿਨ ਉਹ ਕਿਉਂ ਨਹੀਂ ਹੋਇਆ? ਉਸ ਦੇ ਨਾਲ ਉੱਤੇ ਰੌਲਾ ਪੈ ਜਾਂਦਾ ਹੈ। ਜੇ ਕੋਈ ਕੋਕੇਨ ਦਾ ਕੋਈ ਲਾਇਸੈਂਸ ਖੋਲ੍ਹਣ ਦੀ ਕੋਸ਼ਿਸ਼, ਲਾਇਸੈਂਸ ਮਿਲਦਾ ਹੈ ਕਿਸ ਨੂੰ, ਫਿਰ ਦੇਸ਼ ਦੇ ਵਿੱਚ ਰੌਲਾ ਹੈ। ਜੇ ਕੋਈ NGO ਡਾਰਕ ਵੈਬ ਤੋਂ ਸਮਾਨ ਖਰੀਦ ਰਿਹਾ, ਉਹ ਕੀ ਗਲਤ ਹੈ? ਉਹ ਤਾਂ ਉਹਨੂੰ ਨਹੀਂ ਸਬਸਿਡਾਈਜ਼ ਕਰਾ, ਫਿਰ ਰੌਲਾ ਹੈ। ਲੇਕਿਨ ਜਿਸ ਦਿਨ ਤੁਸੀਂ ਸਟੋਰ ਖੋਲ੍ਹ ਲਿਓ, ਉਦੋਂ ਤਾਂ ਹਾਹਾਕਾਰ ਮਚ ਜਾਏਗੀ। ਫਿਰ ਤੁਸੀਂ ਕਰ ਕੀ ਰਹੇ ਹੋ? ਵਾਟ ਆਰ ਯੂ ਡੂਇੰਗ? मतलब इट इज मैनू नहीं समझ विच आया जी। मेरा आखिरी सवाल यहाँ पर कि ये डीक्रिमिनलाइजेशन हो रहा है और हमें देख रहे हैं कि इसके प्रॉब्लम्स क्या हैं, लेकिन इस पूरे कॉन्वर्सेशन में क्या एक बात नहीं हो रही है, वो ये कि लोगों को वीन ऑफ किया जाए, लोगों को डिस्करेज किया जाए कि आप ड्रग यूज़ करें ना। ये कोई भी सेफ, कोई कुछ डॉक्टर्स कहते हैं कि कोई सेफ सप्लाई टेक्निकली होता नहीं है, बिकॉज अल्टीमेटली एक नार्कोटिक है, आपको हार्म तो करेगा। बिल्कुल। तो बजाय इसके कि लोगों को एक्टिवली डिस्करेज किया जाए कि आप इसको ना लें या सब्सटेंस अब्यूज़ ना करें, वो नहीं हो रहा है। लेकिन जो है ऑलमोस्ट एक किस्म का आप कह सकते हैं कि इनकरेजमेंट ही हो गया है कि अगर आप डिक्रिमिनलाइज कर रहे हैं, 2.5 ग्राम दे रहे हैं लोगों को, तो बहुत लोग ये ले गए, अच्छा चलिए हमारा जो लाइफस्टाइल है वो कंटिन्यू होते रहेगा, हम जो है ड्रग्स लेते रहेंगे। तो क्या इस वजह से वो एक इंपॉर्टेंट कॉन्वर्सेशन नहीं हो पा रहा है? मतलब क्या वो भी हो रहा है, ऐसा नहीं है। दे हैव बीन वर्किंग ऑन इट, दे आर डूइंग इट, बट दे आर नॉट वेरी सीरियस अबाउट इट। जो ਮੈਨੂੰ ਲੱਗਿਆ, ਇੱਕ ਇਹਨਾਂ ਨੂੰ ਪੁੱਛਿਆ ਜਾਂਦਾ ਵੀ ਤੁਸੀਂ ਆ ਤਾਂ ਇੱਕ ਨੀਤੀ ਲਾਗੂ ਕਰਤੀ, ਇੱਥੇ ਤਾਂ ਤੁਸੀਂ ਚਲੋ ਡਰੱਗ ਨੂੰ ਖੋਲ੍ਹਿਆ ਹੀ ਹੈ, ਰੋਕਿਆ ਤਾਂ ਨਹੀਂ ਹੈ, ਲੇਕਿਨ ਇਹ ਦੱਸਦੇ ਨੇ ਵੀ ਅਸੀਂ ਡੀ ਐਡਿਕਸ਼ਨ ਵਾਲੇ ਪਾਸੇ ਵੀ ਕੰਮ ਕਰ ਰਹੇ ਹਾਂ, ਇੰਨੇ ਅਸੀਂ ਬੈੱਡ ਦਿੱਤੇ ਨੇ, ਇੰਨਾ ਅਸੀਂ ਖਰਚਾ ਦੱਸਦੇ ਨੇ, ਫਿਰ ਇੰਨੇ ਮਿਲੀਅਨ ਜੀ, ਇੰਨੇ ਬਿਲੀਅਨ ਦਾ ਸਾਡਾ ਪ੍ਰੋਗਰਾਮ ਹੈ, ਉਹ ਹੋਏਗਾ, ਚੱਲਦਾ ਹੋਏਗਾ, ਇਹਦੇ ਵਿੱਚ ਵੀ ਕੋਈ ਦੋਰਾਵਾ ਨਹੀਂ। ਉਹ ਕੰਮ ਸਾਈਮਲਟੇਨੀਅਸਲੀ ਚੱਲ ਰਿਹਾ ਹੈ, ਲੇਕਿਨ ਕੀ ਉਹ ਸਿਰਫ ਖਾਨਾ ਪੂਰਤੀ ਹੈ? ਮੁੱਦਾ ਤਾਂ ਹੈ ਨਾ ਵੀ ਐਡੀ ਵੱਡੀ ਤੁਹਾਡੇ ਸਾਹਮਣੇ ਸਮੱਸਿਆ, ਤੁਸੀਂ ਉਹਨੂੰ ਉਸ ਪੱਖੋਂ ਸਿਰਫ ਖਾਨਾ ਪੂਰਤੀ ਹੈ। ਹਾਂ ਵੀ ਦਿਖਾਉਣ ਲਈ ਤਾਂ ਮੈਂਟਲ ਐਡਿਕਸ਼ਨ, ਸੌਰੀ ਜਿਹੜਾ ਡਰੱਗ ਐਡਿਕਸ਼ਨ ਹੈ, ਡੀ ਐਡਿਕਸ਼ਨ ਹੈ, ਡੀਟੌਕਸੀਫਿਕੇਸ਼ਨ ਹੈਗੇ ਨੇ, ਡੀ ਐਡਿਕਸ਼ਨ ਸੈਂਟਰਸ ਹੈਗੇ ਨੇ, ਉਹ ਸਾਰਾ ਪੈਰਾਫਰਨੇਲੀਆ ਵੀ ਹੈ, ਕੰਮ ਕਰ ਰਿਹਾ। ਤੇ ਡਿਮਾਂਡਸ ਵੀ ਉੱਠਦੀਆਂ ਰਹਿੰਦੀਆਂ ਨੇ ਵੀ ਤੁਸੀਂ ਉਹਨਾਂ ਨੂੰ ਪ੍ਰਾਇੋਰਟੀ ਦਿਓ, ਪ੍ਰਾਇੋਰਟਾਈਜ਼ ਕਰੋ। ਸਿੱਧੀ ਜੀ ਗੱਲ ਹੈ, ਨਸ਼ੇ ਦਾ ਕੋਈ ਨਸ਼ੇੜੀ ਤੁਹਾਨੂੰ ਦਿਸਦਾ ਹੈ, ਉਹਨੂੰ ਤੁਸੀਂ ਜਾ ਕੇ ਹਸਪਤਾਲ ਭਰਤੀ ਕਰਾਓ, ਉਹਨੂੰ ਡੀ ਐਡਿਕਸ਼ਨ ਸੈਂਟਰ ਭਰਤੀ ਕਰਾਓ, ਉਹਦੀ ਰੀਹੈਬ ਬਾਰੇ ਸੋਚੋ। ਤੁਸੀਂ ਤਾਂ ਕੁਝ ਹੋਰ ਸੋਚ ਰਹੇ ਹੋ, ਕਿਉਂਕਿ ਇਸ਼ੂ ਵੀ ਹੈ। ਦੇਖੋ ਟੌਕਸਿਸਿਟੀ ਤਾਂ ਜ਼ਹਿਰੀਲਾਪਨ ਹੋ ਗਿਆ ਨਾ ਨਸ਼ੇ ਦਾ, ਉਹਦੇ ਨਾਲ ਤਾਂ ਇੰਸਟੈਂਟ ਡੈਥਸ ਹੋ ਰਹੀਆਂ ਨੇ। ਹੁਣ ਹੈਰੋਇਨ ਦਾ ਕਿਸੇ ਨੂੰ ਆਦਤ ਹੋਵੇ, ਜੇ ਉਹਨੂੰ ਹੈਰੋਇਨ ਦੀ ਸਪਲਾਈ ਜੇ ਅਫੋਰਡ ਕਰ ਸਕਦਾ, ਸਾਰੀ ਉਮਰ ਲੈਂਦਾ ਰਹੇ, ਤਾਂ ਉਹ ਜਿਉਂਦਾ ਰਹੇਗਾ। ਆਈ ਮੀਨ ਹੀ ਮੇ ਗੋ ਅਪ ਟਿਲ ਲੌਂਗ ਏਜ। ਮੈਂ ਬਹੁਤ ਸੇ ਅਜਿਹੇ ਲੋਕ ਦੇਖੇ ਨੇ ਜਿਨ੍ਹਾਂ ਦੀ ਉਮਰ ਮਤਲਬ 25-30 ਸਾਲ ਤੋਂ ਲੈ ਰਹੇ ਨੇ ਡਰੱਗਸ, ਠੀਕ ਹੈ ਨਾ, ਲੈਂਦੇ ਨੇ, ਤਾਂ ਉਹ ਮਰਦਾ ਨਹੀਂ।
ਲੇਕਿਨ ਜਦੋਂ ਇਸ ਤਰੀਕੇ ਦੀ ਕੋਈ ਓਵਰਡੋਜ਼ ਹੋ ਜਾਂਦੀ ਹੈ ਤਾਂ ਫਿਰ ਤਾਂ ਵਿਦਿਨ ਫਿਊ ਆਵਰਸ ਤੁਹਾਡੀ ਡੈਥ ਹੈ। ਨੌਜਵਾਨ ਹੈਗੇ ਨੇ ਜਿਹੜੇ 22 22 25 25 30 30 ਸਾਲਾਂ ਦੇ, ਉਹਨਾਂ ਦੀ ਹਾਰਟ ਕਾਰਡਿਕ ਅਰੈਸਟ ਦੇ ਨਾਲ ਮੌਤਾਂ ਹੋ ਰਹੀਆਂ ਨੇ। ਸੋ ਕਿਉਂ ਹੋ ਰਹੇ ਨੇ ਕਾਰਡਿਕ ਅਰੈਸਟ? ਸੋਸ਼ਲ ਸਟਿਗਮਾ ਕਈ ਵਾਰ ਅਜਿਹਾ ਹੁੰਦਾ ਵੀ ਈਵਨ ਸਾਡੇ ਜਿਹੜੇ ਪੰਜਾਬੀ ਇੱਥੇ ਸਟੂਡੈਂਟਸ ਆਉਂਦੇ ਨੇ, ਉਹਨਾਂ ਦੇ ਵਿੱਚ ਕਈ ਵਾਰ ਬਹੁਤ ਯੰਗ ਏਜ ਦੇ ਵਿੱਚ ਜਿਹੜੇ ਹਾਰਟ ਅਟੈਕ ਹੁੰਦੇ ਨੇ, ਕਾਰਡਿਕ ਫੇਲੀਅਰ ਹੁੰਦੇ ਨੇ, ਉਹ ਬਿਯੋਂਡ ਅੰਡਰਸਟੈਂਡਿੰਗ ਹੁੰਦਾ ਕਿ ਕਿਉਂ ਇਹਨਾਂ ਦੀ ਮੌਤ ਹੋ ਗਈ। ਉਹ ਫਿਰ ਦੱਸਦੇ ਨਹੀਂ ਵੀ ਜੇ ਕੋਈ ਓਵਰਡੋਜ਼ ਦੇ ਨਾਲ ਕੋਈ ਮੌਤ ਹੋਈ ਹੋਵੇ, ਹੈ ਨਾ, ਉਹ ਚੀਜ਼ਾਂ ਦੱਸੀਆਂ ਨਹੀਂ ਜਾਂਦੀਆਂ, ਛੁਪਾਈਆਂ ਜਾਂਦੀਆਂ ਨੇ। ਪੰਜਾਬ ਦੇ ਵਿੱਚ ਵੀ ਇਹ ਪ੍ਰੋਬਲਮ ਹੈ। ਨਸ਼ੇ ਦੇ ਕਾਰਨ ਕੋਈ ਮਾਰਿਆ ਜਾਏਗਾ, ਉਹਦਾ ਪਰਿਵਾਰ ਦੱਸਣਾ ਨਹੀਂ ਚਾਹੇਗਾ ਕਿਸੇ ਨੂੰ ਵੀ ਸਾਡਾ ਬੱਚਾ ਨਸ਼ੇ ਦੇ ਕਾਰਨ ਉਹਦਾ ਨੁਕਸਾਨ ਹੋਇਆ, ਰਾਈਟ। ਸੋ ਬਹੁਤ ਅਨਫੋਰਚੂਨੇਟ ਹੈ। ਜਦਕਿ ਇਹ ਚੀਜ਼ਾਂ ਬਾਰੇ ਤਾਂ ਤੁਹਾਨੂੰ ਖੁੱਲ੍ਹ ਕੇ, ਇੱਥੇ ਇੱਕ ਚੀਜ਼ ਚੰਗੀ ਹੈ, ਟਰਾਂਸਪੇਰੈਂਸੀ ਚਾਹੀਦੀ ਹੈ, ਡੇਟਾ ਚਾਹੀਦਾ। ਯੂ ਨੀਡ ਟੂ ਅਸੈਸ ਦ ਟ੍ਰੈਂਡਸ। ਬੱਚੇ ਦੇਖੋ, ਇਹਦੇ ਇੱਕ ਰਜਿਸਟਰੀ ਬਣਨੀ ਬੜੀ ਜ਼ਰੂਰੀ ਹੈ ਪੰਜਾਬ ਦੇ ਵਿੱਚ, ਬਹੁਤ ਮੋਰ ਸੋ। ਆਈ ਥਿੰਕ, ਆਈ ਡੋਂਟ ਨੋ ਇਹ ਵੀਡੀਓ ਸਾਡੇ ਕਿੰਨੇ ਕੋਈ ਸੁਣਦਾ ਹੈ, ਲੇਕਿਨ ਸਰਕਾਰਾਂ ਨੂੰ ਇਹ ਚੀਜ਼ ਸਮਝਣੀ ਪੈਣੀ ਹੈ ਕਿ ਐਵਰੀ ਡੈਥ ਦੈਟ ਹੈਪਨਸ ਇਨ ਸਟੇਟ ਇਟ ਸ਼ੁੱਡ ਬੀ ਕਾਊਂਟਡ। ਡਰੱਗ ਓਵਰਡੋਜ਼ ਦੇ ਨਾਲ ਜੇ ਹੋਈ ਹੈ ਤਾਂ ਉਸ ਨੂੰ ਤਾਂ ਹੋਰ ਵੀ ਗੰਭੀਰਤਾ ਦੇ ਨਾਲ ਉਸ ਦਾ ਪੂਰਾ ਇੱਕ ਐਗਜ਼ਾਮੀਨੇਸ਼ਨ ਹੋਣਾ ਚਾਹੀਦਾ ਹੈ। ਡੇਟਾ ਹੱਥ ਵਿੱਚ ਲਓ, ਟ੍ਰੈਂਡਸ ਨੂੰ ਐਗਜ਼ਾਮਿਨ ਕਰੋ, ਉਸ ਤੋਂ ਬਾਅਦ ਤੁਸੀਂ ਕੁਝ ਕਰਨ ਜੋਗੇ ਹੋਵੋਗੇ। ਤੁਸੀਂ ਰੌਲਾ ਪਾਈ ਜਾਂਦੇ ਸੀ ਬਹੁਤ ਕੁਝ ਕਰ ਦਾਂਗੇ, ਉਹ ਸਹੁੰ ਖਾਈ ਜਾਂਦੇ ਨੇ, ਉਹ ਸਕੂਲਾਂ ਦੇ ਵਿੱਚ ਬੱਚੇ ਇਕੱਠੇ ਕਰ ਲਏ, ਮੈਦਾਨਾਂ ਵਿੱਚ ਇਕੱਠੇ ਕਰ ਲਏ, ਬੱਚੇ ਸਹੁੰ ਖਾ ਰਹੇ ਨੇ। ਇੱਕ ਉਹ ਸਾਡੇ ਚੀਫ ਮਿਨਿਸਟਰ ਸਾਹਿਬ ਸੀਗੇ ਕੈਪਟਨ ਅਮਰਿੰਦਰ ਸਿੰਘ, ਉਹ ਗੁਟਕਾ ਸਾਹਿਬ ਨੂੰ ਮੱਥੇ ਤੇ ਲਾ ਕੇ ਕਹਿੰਦਾ ਮੈਂ ਲੱਕ ਭੰਨ ਦਿਆਂਗਾ 6 ਹਫ਼ਤਿਆਂ 'ਚ, ਪਤਾ ਨਹੀਂ ਕਿੰਨੀ ਦੇਰ 'ਚ। ਉਹ ਅੱਜ ਤੱਕ ਨਹੀਂ ਲੱਕ ਭੰਨਿਆ ਗਿਆ। ਅੱਜ ਓਵਰਡੋਜ਼ ਦੀਆਂ ਮੌਤਾਂ ਹੋਰ ਵੱਧ ਰਹੀਆਂ ਨੇ। ਸਾਡੇ ਤਾਂ ਮਤਲਬ ਸਹੁੰ ਹੀ ਖਾਈ ਜਾਂਦੇ ਨੇ ਵੀ ਸਹੁੰ ਖਾ ਕੇ ਪਤਾ ਨਹੀਂ ਕੀ ਹੋ ਜਾਣਾ। ਸਹੁੰ ਖਾ ਕੇ ਕੁਝ ਨਹੀਂ ਹੋਣਾ। ਡਰੱਗ ਨਸ਼ੇ ਦੀ ਸਮੱਸਿਆ ਦਾ ਇਲਾਜ ਸਹੁੰ ਖਾ ਕੇ ਕਮਿਟਮੈਂਟਸ, ਸ਼ਪਥ ਗ੍ਰਹਿਣ ਸੈਰੇਮਨੀ ਥੋੜ੍ਹਾ ਨਾ ਹੈਗੀ ਇਹ। ਤੁਸੀਂ ਜਾਂ ਤਾਂ ਕਾਰਟਲਸ ਨਾਲ ਲੜ ਲਓ ਜਾਂ ਤਾਂ ਲੱਕ ਭੰਨ ਦਿਓ, ਜੇ ਤੁਸੀਂ ਭੰਨ ਸਕਦੇ ਹੋ ਡਰੱਗ ਕਾਰਟਲਸ ਦਾ, ਨਸ਼ੇ ਦੇ ਤਸਕਰਾਂ ਦਾ, ਉਹ ਵੀ ਇੱਕ ਤਰੀਕਾ ਹੈਗਾ। ਉਹਨਾਂ ਤੁਹਾਡੇ 'ਚ ਕਮਿਟਮੈਂਟ ਨਹੀਂ, ਤੁਹਾਡੇ ਆਪਸ ਦੇ ਪੁਲਿਸ ਸਭ ਕੁਝ ਰਲਿਆ ਹੋਇਆ, ਕੰਮ ਚੱਲੀ ਜਾਂਦਾ। ਤਾਂ ਫਿਰ ਘੱਟੋ ਘੱਟ ਇਹ ਮੌਤਾਂ ਨੂੰ ਰੋਕੋ ਸਹੀ। ਇੱਥੇ ਮੈਨੂੰ ਲੱਗਦਾ ਹੈ ਕੋਸ਼ਿਸ਼ ਹੋ ਰਹੀ है, लेकिन ਇਹਦੇ ਵਿੱਚ बहुत लैप्सेस, कमियां खामियां हैं। जैसे इंडिया में या पंजाब में आप देखिए कि पुलिस दिखाते हैं कि भाई हमने इतना सीजर कर दिया, उसके बाद जो है एक बड़ा सिंबॉलिक एक्ट होता है कि आप आगजनी कर देते हैं उसमें। हाँ, वो भी होता है। कोई एक केस हुआ था मुझे कुछ साल पहले याद है कि पुलिस वाले बेहोश हो गए थे, जो गैस निकला था जलाने के टाइम पे। तो ये सब भी हुआ है। लेकिन जैसे नील दुबॉर्ड है चीफ कांस्टेबल यहाँ के, उन्होंने बड़ी दिलेरी दिखाई। शायद दिलेरी नहीं, मतलब ये उनका सिस्टम ही उनका ऐसा है कि आपने ओपनली गवर्नमेंट को क्वेश्चन किया। क्या पंजाब में ये मुमकिन भी होता है कि आप कोई SSP लेवल या कोई सीनियर ऑफिसर लिख देता चिट्ठी कि भाई ये गलत है, आपको ये भी करना चाहिए, शायद ट्रांसफर हो चुका होता? ਉਹ ਤਾਂ ਇਹਦੀ ਤਾਂ ਸੋਚਦੇ ਨਹੀਂ ਜੀ। ਉੱਥੇ ਇੰਨੀ ਸੋਚ ਨਹੀਂ, ਐਸਾ ਨਹੀਂ ਹੈ, ਸੋਚ ਸਭ ਦੀ ਹੈ, ਲੇਕਿਨ ਉਹ ਇਹ ਵੀ ਉੱਥੇ ਇੱਕ ਮਾਹੌਲ ਨਹੀਂ ਹੈ, ਤੁਹਾਡੇ 'ਚ ਖੁੱਲ੍ਹ ਕੇ ਗੱਲ ਕਰਨ ਦੀ ਹਿੰਮਤ ਹੀ ਨਹੀਂ ਹੈ। ਖਾਮ ਡਰੀ ਜਾਂਦੇ ਨੇ, ਛੋਟੀਆਂ ਛੋਟੀਆਂ ਗੱਲਾਂ ਤੋਂ ਡਰੀ ਜਾਂਦੇ ਨੇ। ਜਦੋਂ ਸਰਕਾਰਾਂ ਹੁੰਦੀਆਂ ਨੇ, ਤਾਕਤ ਹੁੰਦੀ ਹੈ ਸਰਕਾਰ ਦੇ ਹੱਥ ਵਿੱਚ, ਡਿਸੀਜਨ ਲੈਣ ਦੀ ਤਾਕਤ ਹੁੰਦੀ ਹੈ। ਕਿਸੇ ਨੂੰ ਪ੍ਰਧਾਨ ਮੰਤਰੀ ਤੇ ਜੇ ਚੀਫ ਮੁੱਖ ਮੰਤਰੀ ਬਣਾ ਦਿੱਤਾ ਜਾਵੇ, ਉਹਦੇ ਕੋਲ ਬਹੁਤ ਵੱਡੀ ਤਾਕਤ ਹੁੰਦੀ ਹੈ। ਉਹਨੂੰ ਤਾਂ ਹੋਰ ਦਲੇਰੀ ਦੇ ਨਾਲ ਫੈਸਲੇ ਲੈਣੇ ਚਾਹੀਦੇ ਨੇ। ਹਕੀਕਤ ਦਾ ਸਾਹਮਣਾ ਕਰਨ ਦੀ ਲੋੜ ਹੈ। ਯੂ ਨੀਡ ਟੂ ਫੇਸ ਦ प्रॉब्लम्स हेड ऑन, ठीक है ना। क्योंकि सिर्फ MLAs ही नहीं, अब तो उनके जीजा भी बड़े पावरफुल है नहीं। वो तो सारे हैं। चलिए, आज की इस चर्चा में जुड़ने के लिए आपका बहुत शुक्रिया जी। आप सबका भी बहुत शुक्रिया अपना कीमती वक्त हमें देने के लिए।